ਸੁਭਾਏਮਾਨ ਸਤਸੰਗੀ ਜਨੋ। ਸਤਿਗੁਰੂ ਜੀ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਦੁਨਿਆਵੀ ਤੌਰ ਤੇ ऐसे कोई भी कर्म निर्धारित नहीं किए जा सकते, या दुनियावी तौर पे ऐसे कोई भी कर्म नहीं जिन्हां दे नाल परमेश्वर खुश हुंदा होए या वो प्राप्त हो जाता होए। महाराज बाणी विच कहंदे ने, मैं ते कर्म करन नूं भी तैयार हाँ, पर जे कर्मां दे नाल वो खुश हो जाए, फिर कैसी केड़ी ऐसी चीज़ है जिस दे नाल परमेश्वर खुश हुंदा है? उस दी कृपा किवें हुंदी है? ये सवाल गुरु साहिब जी ने जपजी साहिब की बाणी में उठाया है, तो आप ही इसका जवाब दिता है। महाराज कहते तीर्थ नहावा जे तिस भावा, विण भाने के नहाए करी। तीर्थ ते इशनान करना एक कर्म है। कहते हैं मैं तीर्थ ते इशनान कर लवांगा, पर जे इशनान करन दे नाल परमेश्वर खुश हो जाए, कि इस इशनान दे नाल वो खुश हो जाएगा? ये सवाल महाराज गुरबाणी विच चुकते हैं। फिर वो किवें खुश हुंदा है? महाराज के तीर्थ नहावा जे तिस भावा, विण भाने के नहाए करी। अगे महाराज कहते जेती सिरठ उपाई वेखा, विण कर्मा के मिलै लई। कि जिन्नी भी सृष्टि असी वेखते हाँ, जिन्नी भी लोकाई है, जिसनूं जो कुछ भी मिलिया है उहदी नज़र दे हेठ मिलिया है, जिस से उहदी बख्शिश हुंदी है उन्होंने ही प्राप्त हुंदा है। अपना लाया पिरम ना लगई, जे लोचै सब कोई। यह पिरम प्याला खसम का, जै भावै तै दे। ये उसकी मर्जी है वो खुश किहदे ते हो जाए। इस करके महाराज कहते कर्मां दे नाल वो खुश नहीं हुंदा, निरे कर्म। तां ही करके बाणी ये कहती है, कर्मां दे नाल कदी कर्म नहीं कट्टे जाने। दुनियावी तौर ते सब तो वड्डा कर्म ते धर्म गुरबाणी ने इको ही मन्निया है। वो केड़ा है? भावें एक कर्म नहीं है, कर्मां तो वखरा है। सगल धर्म में श्रेष्ठ धर्म, हर को नाम जप निर्मल करो। परमेश्वर की बंदगी ही सब तो वड्डा धर्म है। उसकी सिफत सलाह ही सब तो वड्डा कर्म है। बंदगी का मतलब है उसकी रजा विच चलण नूं तैयार होना, इनू बंदगी कहते हैं। बाहरी तौर पर असी नाम जपते हाँ, वाहिगुरु वाहिगुरु बोलते हाँ, कोई अल्लाह अल्लाह बोलता है, वक्खो वखरे तरीके ने। ये जिन्ने भी तरीके ने, इन्हां तरीकियां दे नाल मन निर्मल हुंदा है। इन्हां तरीकियां दे नाल परमात्मा की खिच वधदी है। पर असल दे विच उसकी अधीनगी ते बंदगी की है? जदों जदों असीं उहनूं गाउंदे हां, उस दा डर हिरदे दे विच पैदा हो जाता है। जिस दा डर हुंदा है उहदे नाल ही प्रेम हुंदा है। या मैं दूजी इनू दूजे तरीके नाल कहां
ਜਿਸ ਨਾਲ ਪ੍ਰੇਮ ਹੁੰਦਾ ਹੈ ਡਰ ਵੀ ਉਹਦਾ ਹੀ ਹੁੰਦਾ ਹੈ। ਇਹਦੇ ਵਾਸਤੇ ਬੜਾ ਸੌਖਾ ਜਿਹਾ ਦ੍ਰਿਸ਼ਟਾਂਤ ਹੈ। ਜਿਵੇਂ ਅਸੀਂ ਵੇਖਦੇ ਹਾਂ ਲੋਕ ਜਦੋਂ ਘਰੋਂ ਨਿਕਲਦੇ ਨੇ ਨਾ, ਆਪਣਿਆਂ ਵਸਤਰਾਂ ਵੱਲ, ਆਪਣੀ ਵੇਸ਼ ਭੂਸ਼ਾ ਵੱਲ ਬੜਾ ਧਿਆਨ ਦਿੰਦੇ ਨੇ। ਕਾਰਨ ਕੀ? ਕਿਉਂਕਿ ਦੁਨੀਆ ਦਾ ਡਰ ਹੈ। ਕਿਉਂਕਿ ਦੁਨੀਆ ਨਾਲ ਪ੍ਰੇਮ ਹੈ ਤਾਂ ਹੀ ਉਹਦਾ ਡਰ ਹੈ। ਜਿਨ੍ਹਾਂ ਨੂੰ ਦੁਨੀਆ ਨਾਲ ਪ੍ਰੇਮ ਨਹੀਂ, ਉਹਨਾਂ ਨੂੰ ਦੁਨੀਆ ਦਾ ਡਰ ਵੀ ਨਹੀਂ। ਮਨੁੱਖ ਨੂੰ ਸਭ ਤੋਂ ਜ਼ਿਆਦਾ ਡਰ ਹੀ ਦੁਨੀਆ ਦਾ ਹੈ, ਕਿਉਂਕਿ ਇਹ ਦੁਨੀਆ ਨਾਲ ਪ੍ਰੇਮ ਕਰਦਾ ਹੈ। ਦੁਨੀਆ ਕੋਲ ਜਿਹੜੀ ਇਹਦੇ ਕੋਲ ਇੱਜ਼ਤ ਹੈ, ਆਬਰੂ ਹੈ, ਪੱਤ ਹੈ, ਉਹਦੀ ਇਹਨੂੰ ਬੜੀ ਫਿਕਰ ਹੈ। ਤੇ ਉਹ ਉਦੋਂ ਹੀ ਜਿਉਂਦੀ ਰਹਿ ਸਕਦੀ ਹੈ ਜੇ ਦੁਨੀਆ ਵਾਹ ਵਾਹ ਕਰੇਗੀ। ਹੁਣ ਮਨੁੱਖ ਦਿਨ ਤੇ ਰਾਤ ਦੇ ਵਿੱਚ ਕਿੰਨੀ ਵਾਰੀ ਕਿਸੇ ਨੂੰ ਮਾੜਾ ਬੋਲ ਦਿੰਦਾ ਹੈ, ਆਪਣੇ ਪਦਾਰਥਾਂ ਦਾ ਹੰਕਾਰ ਕਰ ਲੈਂਦਾ ਹੈ। ਕਦੇ ਇਹ ਗੁਰੂ ਦੇ ਸਮਕਸ਼ ਆਉਂਦਾ ਹੈ, ਕਦੇ ਇਹ ਨਹੀਂ ਸੋਚ ਕੇ ਆਇਆ ਮੈਂ ਅੱਜ ਇਹ ਮਾੜਾ ਕਰਮ ਕੀਤਾ ਹੈ, ਫਲਾਣੇ ਨੂੰ ਮਾੜਾ ਬੋਲਿਆ ਹੈ ਤੇ ਮੇਰੇ ਦਿਲ ਨੂੰ ਗੁਰੂ ਕੀ ਕਹੇਗਾ। ਪਰਮਾਤਮਾ ਮੇਰੇ ਬਾਰੇ, ਪਰਮਾਤਮਾ ਵੇਖਦਾ ਹੈ, ਮੈਨੂੰ ਸੁਣਦਾ ਹੈ, ਉਹ ਕੀ ਕਹੇਗਾ। ਕਾਰਨ ਕੀ? ਉਹਦਾ ਪਤਾ ਹੀ ਨਹੀਂ ਉਹ ਹੈ ਵੀ ਹੈ ਕਿ ਨਹੀਂ ਹੈ। ਤਾਂ ਹੀ ਕਰਕੇ ਉਹਦਾ ਡਰ ਵੀ ਨਹੀਂ ਹੈ, ਪ੍ਰੇਮ ਵੀ ਨਹੀਂ, ਡਰ ਵੀ ਨਹੀਂ। ਇਸ ਕਰਕੇ ਜਿਹਦੇ ਨਾਲ ਪ੍ਰੇਮ ਨਹੀਂ ਹੁੰਦਾ ਉਹਦਾ ਡਰ ਵੀ ਨਹੀਂ ਹੁੰਦਾ। ਮਨੁੱਖ ਨੂੰ ਦੁਨੀਆ ਨਾਲ ਪ੍ਰੇਮ ਹੈ ਤੇ ਦੁਨੀਆ ਦਾ ਡਰ ਹੈ। ਕੱਪੜਿਆਂ ਤੇ ਲੱਗੇ ਦਾਗਾਂ ਨੂੰ ਚੱਲਣ ਤੋਂ ਪਹਿਲਾਂ ਵੇਖਦਾ ਹੈ। ਮਤਾ ਕੋਈ ਕਹਿ ਦਵੇ ਇਹ ਦਾਗੀ ਕੱਪੜੇ ਪਾਏ ਨੇ, ਮਨ ਦੇ ਵਿੱਚ ਕਰੋੜਾਂ ਹੀ ਦਾਗ ਲੱਗੇ ਹੋਏ ਨੇ, ਕਦੇ ਪਰਵਾਹ ਨਹੀਂ ਕੀਤੀ। ਕਾਰਨ ਕੀ? ਵੇਖੀ ਜਾਏਗੀ ਜੋ ਹੋਏਗਾ। ਹਜੇ ਸਾਹਮਣੇ ਉਹ ਵੇਖਦਾ ਨਹੀਂ। ਮਹਾਰਾਜ ਕਹਿੰਦੇ ਨੇ ਉਸ ਦੀ ਨਜ਼ਰ ਦੇ ਨਾਲ ਆਨੰਦ ਪੈਦਾ ਹੁੰਦਾ ਹੈ, ਉਸ ਦੀ ਨਜ਼ਰ ਦੇ ਨਾਲ ਖੁਸ਼ੀ ਪੈਦਾ ਹੁੰਦੀ ਹੈ। ਠੀਕ ਹੈ, ਜਿਹੜੇ ਲੋਕ ਗੁਰਦੁਆਰੇ ਵੀ ਨਹੀਂ ਆਉਂਦੇ, ਮੰਦਰ ਵੀ ਨਹੀਂ ਜਾਂਦੇ, ਮਸਜਿਦ ਵੀ ਨਹੀਂ ਜਾਂਦੇ, ਇਹ ਜ਼ਰੂਰੀ ਨਹੀਂ ਉਹਨਾਂ ਕੋਲ ਮਾਇਆ ਦੀ ਕਮੀ ਹੋ ਜਾਏਗੀ। ਮਾਇਆ ਤੇ ਉਹਨਾਂ ਕੋਲ ਬੜੇ ਲੋਕ ਐਸੇ ਨੇ ਕਦੀ ਆਏ ਵੀ ਨਹੀਂ ਹੋਣਗੇ ਗੁਰਦੁਆਰੇ, ਬੜੀ ਮਾਇਆ ਹੋਏਗੀ। ਮਾਇਆ ਦੇ ਨਾਲ ਅਸੀਂ ਧਰਮ ਨੂੰ ਨਹੀਂ ਜੋੜ ਸਕਦੇ। ਜੇ ਮਾਇਆ ਦੇ ਨਾਲ ਹੀ ਪਰਮਾਤਮਾ ਜੁੜਿਆ ਹੋਇਆ ਹੈ, ਫਿਰ ਤੇ ਜਿਸ ਦਿਨ ਪਰਮਾਤਮਾ ਮਾਇਆ ਨਹੀਂ ਦੇਵੇਗਾ, ਗੁਰੂ ਦੇ ਕੋਲੋਂ ਅਰਦਾਸ ਪੂਰੀ ਨਹੀਂ ਹੋਏਗੀ, ਅਸੀਂ ਨਹੀਂ ਆਵਾਂਗੇ। ਪਰਮਾਤਮਾ ਕੋਈ ਇਹਨਾਂ ਚੀਜ਼ਾਂ ਦਾ ਹੀ ਸਾਧਨ ਨਹੀਂ ਹੈ। ਪਰਮੇਸ਼ਰ ਦੇ ਨਾਲ ਪ੍ਰੇਮ ਦਾ ਮਤਲਬ ਹੈ, ਪਰਮੇਸ਼ਰ ਤੂੰ ਬਹੁਤ ਵੱਡਾ ਹੈ, ਮੇਰੀ ਮਤ ਥੋੜੀ ਹੈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ। ਰਾਮ ਜਿਹਨੇ ਇਹ ਗੱਲ ਕਹਿ ਦਿੱਤੀ ਮੇਰੇ ਕੋਲ ਮਤ ਹੀ ਨਹੀਂ ਹੈ, ਤੂੰ ਮੇਰੇ ਸਰੀਰ ਦੇ ਵਿੱਚ ਰੋਗ ਲਾਇਆ ਹੈ, ਹੋ ਸਕਦਾ ਹੈ ਇਸ ਰੋਗ ਦਾ ਵੀ ਮੈਨੂੰ ਲਾਭ ਮਿਲ ਰਿਹਾ ਹੋਏ, ਇਹ ਕੀ ਪਤਾ ਹੈ। ਜਿਵੇਂ ਫਕੀਰ ਕਹਿੰਦਾ ਹੈ ਰੱਬ ਨੂੰ, ਰੱਬਾ ਉਹਦੇ ਸਰੀਰ ਦੇ ਵਿੱਚ ਬੜੇ ਘਾਅ ਲੱਗੇ ਨੇ, ਇੱਕ ਹੀ ਗੱਲ ਕਹਿੰਦਾ ਹੈ, ਪਰਮਾਤਮਾ ਤੂੰ ਤੇਰਾ ਸ਼ੁਕਰ ਹੈ ਸਰੀਰ ਨੂੰ ਸੱਟਾਂ ਹੀ ਤੇ ਵੱਜੀਆਂ ਨੇ, ਘੱਟੋ ਘੱਟ ਪਾਪਾਂ ਵਿੱਚ ਤੇ ਮੈਂ ਨਹੀਂ ਘਿਰਿਆ ਹੋਇਆ। ਪਾਪ ਮਾੜੇ ਨੇ, ਸਰੀਰ ਦੇ ਲੱਗੀ ਹੋਈ ਸੱਟ ਸਹੀ ਸਹਿ ਸਕਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹਦੀ ਨਜ਼ਰ ਦੇ ਪਾਤਰ ਬਣਨਾ ਹੈ ਤੇ ਕਰਮਾਂ ਦੇ ਨਾਲ ਕਰਮ ਨਹੀਂ ਕੱਟੇ ਜਾਣੇ। ਬਾਰ-ਬਾਰ ਕਰਮ ਕਰਨ ਦੇ ਨਾਲ ਕਰਮ ਨਹੀਂ ਕੱਟੇ ਜਾਂਦੇ, ਕਿਉਂਕਿ ਬਾਣੀ ਇਹ ਕਹਿੰਦੀ ਹੈ ਪਤਾ ਨਹੀਂ ਕਿੰਨੇ ਕੁ ਕਰਮ ਮਨੁੱਖ ਰੋਜ਼-ਰੋਜ਼ ਕਰਦਾ ਹੈ ਤੇ ਕਿੰਨੇ ਕੁ ਮਾੜੇ ਕਰਮ ਕਰੀ ਹੀ ਜਾਂਦਾ ਹੈ। ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਹਨ, ਲੇਖੈ ਕਤੇ ਨ ਛੂਟੀਐ, ਖਿਨ ਖਿਨ ਭੂਲਣ ਹਾਰ। ਸਾਨੂੰ ਉਹਦੇ ਹੁਕਮ ਦਾ ਮੁਕੰਮਲ ਗਿਆਨ ਨਹੀਂ ਹੈ, ਕਿਉਂਕਿ ਉਹਦਾ ਹੁਕਮ ਬੜਾ ਵੱਡਾ ਹੈ। ਕੀ ਪਤਾ ਅਸੀਂ ਜਦੋਂ ਤੁਰਦੇ ਹੋਈਏ ਉਦੋਂ ਵੀ ਉਹਦੇ ਹੁਕਮ ਦੀ ਉਲੰਘਣਾ ਕਰਦੇ ਹੋਈਏ, ਹੋ ਸਕਦਾ ਐਸਾ। ਜਦੋਂ ਕਿਸੇ ਨਾਲ ਬੋਲਦੇ ਹੋਈਏ ਕੀ ਪਤਾ ਉਦੋਂ ਵੀ ਉਹਦੇ ਹੁਕਮ ਦੀ ਉਲੰਘਣਾ ਕਰਦੇ ਹੋਈਏ, ਕਿਉਂਕਿ ਬਾਣੀ ਕਹਿੰਦੀ ਹੁਕਮ ਨਾ ਕਹਿਆ ਜਾਈ।
ਉਹ ਕਿੰਨੇ ਦਿਮਾਗ ਵਾਲਾ ਹੈ, ਪਰਮਾਤਮਾ ਕਿੱਡਾ ਵੱਡਾ ਹੈ, ਇਹਦੇ ਬਾਰੇ ਨਹੀਂ ਕਿਹਾ ਜਾਂਦਾ। ਸ੍ਰੀ ਰਾਗ ਦੀ ਜਦੋਂ ਬਾਣੀ ਆਰੰਭ ਹੁੰਦੀ ਹੈ, ਦੂਜਾ ਹੀ ਸ਼ਬਦ ਹੈ, ਉਹਦੇ ਵਿੱਚ ਮਹਾਰਾਜ ਨੇ ਪੰਛੀ ਦਾ ਉਦਾਹਰਣ ਲਿਆ। ਉਹਦੇ ਵਿੱਚ ਮਹਾਰਾਜ ਨੇ ਭਭੂਤੀ ਦਾ ਐਸਾ ਉਦਾਹਰਣ ਲਿਆ, ਬਿਲਕੁਲ ਛੋਟੇ ਛੋਟੇ ਟੁਕੜਿਆਂ ਦਾ ਉਦਾਹਰਣ ਲਿਆ ਮਹਾਰਾਜ ਨੇ। ਕਹਿੰਦੇ ਮੈਂ ਪੰਛੀ ਹੋਵਾਂ ਤੇ ਕਰੋੜਾਂ ਅਸਮਾਨਾਂ ਵਿੱਚ ਘੁੰਮਾਂ, ਫਿਰ ਵੀ ਤੇਰਾ ਅੰਤ ਨਹੀਂ, ਤੇਰੇ ਅਸਮਾਨ ਕਿੱਥੋਂ ਤਈ ਨੇ। ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਉ, ਨਦਰੀ ਕਿਸੇ ਨਾ ਆਵਉ, ਨਾ ਕਿਛ ਪੀਆ ਨਾ ਖਾਉ। ਸ਼੍ਰੀ ਰਾਗ ਦੇ ਵਿੱਚ ਹੀ ਮਹਾਰਾਜ ਨੇ ਬਾਣੀ ਵਿੱਚ ਇਹ ਗੱਲ ਕਹੀ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਪਿਆਓ। ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੇ ਸੌਣ ਨਾ ਥਾਓ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾਂ ਨਾ। ਕਰੋੜਾਂ ਯੁੱਗਾਂ ਜਿੰਨੀ ਉਮਰ ਹੋ ਜੇ, ਹੁਣ ਇੱਕ ਯੁੱਗ ਦੇ ਵਿੱਚ ਸਾਨੂੰ ਕਿੰਨੀਆਂ ਕੁ ਸਿਆਣਪਾਂ ਆਉਂਦੀਆਂ ਨੇ। ਇੱਕ ਮਨੁੱਖ ਡਾਕਟਰ ਬਣਿਆ ਹੈ, ਕਿੰਨਾ ਸਿਆਣਾ ਬਣ ਗਿਆ, ਆਪਾਂ ਕਹਿੰਦੇ MD ਬਣ ਗਿਆ ਹੈ, ਬੜਾ ਸਿਆਣਾ ਹੈ। ਬਾਣੀ ਕਹਿੰਦੀ ਕਰੋੜਾਂ ਵਾਰੀ MD ਬਣ, ਕਰੋੜਾਂ ਵਾਰੀ, ਕਰੋੜਾਂ ਸਾਲ ਉਮਰ ਬਣ ਜਾਏ ਤੇ ਕਰੋੜਾਂ ਵਾਰੀ MD ਬਣ ਜਾਏ, ਪਰ ਕਰੋੜਾਂ ਸਾਲਾਂ 'ਚ ਵੀ ਸਰੀਰ ਦੀ ਮੁਕੰਮਲ ਗਿਆਨ ਨਹੀਂ ਪ੍ਰਾਪਤ ਹੁੰਦਾ। ਕਰੋੜਾਂ ਸਾਲਾਂ ਵਿੱਚ ਵੀ ਸਰੀਰ ਦਾ ਮੁਕੰਮਲ ਤੌਰ 'ਤੇ ਅਧਿਐਨ ਨਹੀਂ ਕੀਤਾ ਜਾ ਸਕਦਾ। ਸੋ ਆਓ ਅਸੀਂ ਜਿੱਥੇ ਕਥਾ ਕੱਲ ਛੱਡੀ ਸੀ ਉੱਥੋਂ ਅੱਗੇ ਆਰੰਭ ਕਰਦੇ ਹਾਂ। ਭਾਈ ਬਹਿਲੋ ਜੀ ਦੀ ਕਥਾ ਸਿੱਖ ਗੁਰੂ ਜੀ ਦੇ ਕੋਲ ਆਉਂਦੇ ਹਨ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹਨ, ਕਿਵੇਂ ਉੱਥੋਂ ਦਾ ਵਿਹਾਰ ਚੱਲਦਾ ਹੈ ਰਲ ਮਿਲ ਕੇ ਸ਼ਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੀ ਪਾਵਨ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਰਜਨ ਇਸ ਭਾਂਤ ਸਿੱਖ ਕਰ ਦਇਓ ਉਪਦੇਸ਼। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਸ ਤਰੀਕੇ ਨਾਲ ਕਈ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ। ਸਿਮਰਤ ਹੈ ਸਤਨਾਮ ਕੋ, ਮੇਟਤ ਸਕਲ ਕਲੇਸ਼। ਉਹ ਜਿਹੜੇ ਸਿੱਖ ਨੇ ਸਾਰੇ ਹੀ ਸਤਨਾਮ ਜਪਦੇ ਨੇ। ਸਤਨਾਮ ਜਪਦਿਆਂ ਪਤਾ ਨਹੀਂ ਕਿੰਨੇ ਮਨੁੱਖਾਂ ਦੇ ਕਲੇਸ਼ ਕੱਟੇ ਜਾਂਦੇ। ਸੁਖਮਣੀ ਸਾਹਿਬ ਦੀ ਪਹਿਲੀ ਅਸ਼ਟਪਦੀ ਤੇ ਪਹਿਲਾ ਹੀ ਸ਼ਬਦ, ਪਹਿਲੀ ਪੌੜੀ, ਉਹਦੇ ਵਿੱਚ ਮਹਾਰਾਜ ਬਾਰ-ਬਾਰ ਇਹ ਦੱਸਦੇ ਨੇ, ਜੇ ਕਿਤੇ ਮਨੁੱਖ ਸਤਨਾਮ ਜਪਦਾ ਹੈ, ਭਾਵ ਪਰਮਾਤਮਾ ਨੂੰ ਯਾਦ ਕਰਦਾ ਹੈ, ਉਹਨੂੰ ਮਿਲਦਾ ਕੀ ਹੈ? ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋਂ ਜਾਸ ਵਿਸੰਭਰ ਏਕੈ, ਨਾਮ ਜਪਤ ਅਗਨਤ ਅਨੇਕੈ। ਕਹਿੰਦੇ ਮੈਂ ਉਸ ਵਿਸ਼ਵੰਬਰ ਦਾ ਨਾਮ ਜਪ ਰਿਹਾ ਹਾਂ, ਜਿਹਦੇ ਹੁਕਮ ਵਿੱਚ ਮੈਂ ਇਕੱਲਾ ਹੀ ਨਹੀਂ, ਕਰੋੜਾਂ ਹੀ ਲੋਕ ਉਹਦੇ ਹੁਕਮ ਦੇ ਅਧੀਨ ਨੇ। ਕਰੋੜਾਂ, ਅਗਨਤ। ਅਗਣਤ ਦਾ ਮਤਲਬ ਹੈ ਜਿਹਦੀ ਗਿਣਤੀ ਹੀ ਨਹੀਂ। ਇਹਦਾ ਮਤਲਬ ਮਨੁੱਖ ਜੋ ਕੁਝ ਵੀ ਕਰ ਰਿਹਾ ਹੈ ਨਾ, ਇਹ ਸਵਤੰਤਰ ਨਹੀਂ ਹੈ, ਇਹ ਪਰਮਾਤਮਾ ਦੇ ਹੁਕਮ ਵਿੱਚ ਹੀ ਕਰ ਰਿਹਾ ਹੈ। ਸੁਣ ਸੁਣ ਸ੍ਰੀ ਅਰਜਨ ਕੀ ਕੀਰਤ, ਨਿਤ ਪ੍ਰਤ ਹੋਤ ਅਧਿਕ ਵਿਸਤੀਰਤ। ਜਿਵੇਂ ਜਿਵੇਂ ਸਿੱਖ ਗੁਰੂ ਅਰਜਨ ਸਾਹਿਬ ਜੀ ਦੀ ਸਿੱਖਿਆ ਨੂੰ ਸੁਣਦੇ ਹਨ, ਗੁਰੂ ਅਰਜਨ ਸਾਹਿਬ ਜੀ ਦੀ ਕੀਰਤੀ ਬੜੀ ਦੂਰ ਦੂਰ ਤਾਈਂ ਫੈਲਦੀ ਜਾ ਰਹੀ ਹੈ। ਸ੍ਰੀ ਗੁਰ ਅਮਰਦਾਸ ਕੇ ਆਗੇ, ਭਏ ਜੋ ਸਿੱਖਿਆ ਮਹਾ ਵਡ ਭਾਗੇ। ਗੁਰੂ ਅਮਰਦਾਸ ਜੀ ਦੇ ਸਮੇਂ ਜਿਹੜੇ ਵੀ ਸਿੱਖ ਹੋਏ, ਵੱਡੇ ਭਾਗਾਂ ਵਾਲੇ ਜਿੰਨੇ ਵੀ ਸਿੱਖ ਹੋਏ ਹਨ, ਅਰ ਸ੍ਰੀ ਰਾਮਦਾਸ ਤੇ ਕੇਈ, ਪਾਏ ਸੁਮਤ ਹੋਏ ਸਿੱਖ ਜੀ।
ਕਈਆਂ ਦੇ ਭਾਗ ਉਦੋਂ ਵੀ ਜਾਗੇ ਗੁਰੂ ਰਾਮਦਾਸ ਜੀ ਦੇ ਸਮੇਂ, ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਇਹ ਸਮਝ ਲੱਗ ਚੁੱਕੀ ਸੀ ਜ਼ਿੰਦਗੀ ਦਾ ਰਹੱਸ ਕੀ ਹੈ, ਜ਼ਿੰਦਗੀ ਵਿੱਚ ਲੈਣ ਕੀ ਆਏ ਆ, ਕਰਨ ਕੀ ਆਏ ਆ। ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਚੇਤਨਾ ਨੂੰ ਗਲਤ ਬੰਨੇ ਲਗਾ ਚੁੱਕਾ ਹੈ। ਕਦੇ ਵੀ ਆਪਣੇ ਆਪ ਨੂੰ ਇਹ ਉਹ ਸਮਝਦਾ ਹੈ ਜਿਹੜਾ ਇਹ 20 ਸਾਲ ਪਹਿਲਾਂ ਜਨਮ ਲਿਆ ਹੈ, ਮੇਰਾ ਫਲਾਣੇ ਪਿੰਡ ਦਾ ਐਡਰੈਸ ਹੈ, ਉਹ ਮੇਰੀ ਮਾਂ ਹੈ, ਉਹ ਮੇਰਾ ਪਿਓ ਹੈ, ਇਹਨੂੰ ਆਪਣਾ ਐਡਰੈਸ ਸਮਝ ਬੈਠਾ ਹੈ। ਫਿਰ ਆਪਣੇ ਪਿੰਡ ਦੇ ਨਾਂ ਨੂੰ ਹੀ ਪੱਕਾ ਕਰਦਾ ਹੈ, ਰੋਜ਼-ਰੋਜ਼ ਕਹਿੰਦਾ ਮੈਂ ਆਪਣੇ ਮਾਂ-ਬਾਪ ਦੇ ਨਾਂ ਨੂੰ ਵਧਾਉਣਾ ਹੈ, ਮਾਤਾ ਦੇ ਨਾਂ ਨੂੰ ਵਧਾਉਣਾ ਹੈ, ਪਿਤਾ ਦੇ ਨਾਂ ਨੂੰ ਵਧਾਉਣਾ ਹੈ, ਇਹ ਮੇਰੀ ਪੈਤ੍ਰਿਕ ਜ਼ਮੀਨ ਹੈ, ਇਹਨੂੰ ਮੈਂ ਅੱਗੇ ਲੈ ਕੇ ਜਾਣਾ ਹੈ। ਭਾਵ ਜੋ ਮਨੁੱਖ 20-25 ਸਾਲਾਂ ਤੋਂ ਜਨਮਿਆ ਹੈ ਉਸੇ ਚੀਜ਼ ਨੂੰ ਹੀ ਪੱਕਾ ਕਰ ਚੁੱਕਿਆ ਹੈ। ਸ੍ਰੀ ਅੰਮ੍ਰਿਤਸਰ ਕੀ ਸੁਣਕਾਰ, ਜੇ ਸੇਵੇ ਫਲ ਪਾਏ ਉਧਾਰ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਨੂੰ ਸੁਣ ਕੇ ਬੜੇ ਹੀ ਜਿਹੜੇ ਲੋਕ ਹਨ ਅੰਮ੍ਰਿਤਸਰ ਤੋਂ, ਜਿੰਨੇ ਵੀ ਪਤਾ ਲੱਗਦਾ ਹੈ ਵੀ ਅੰਮ੍ਰਿਤਸਰ ਦੀ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ, ਕਿੰਨੇ ਹੀ ਸਿੱਖ ਤੁਰ ਤੁਰ ਕੇ ਆਉਂਦੇ ਹਨ। ਸੋ ਸਭ ਆਵਤ ਘਰ ਕੋ ਤਿਆਗੇ, ਖਨਹਿ ਮਿਰਤ ਕਾ ਸੇਵਾ ਲਾਗੇ। ਕਿੰਨੇ ਹੀ ਲੋਕ ਆਪਣੇ ਘਰਾਂ ਦੇ ਵਿੱਚੋਂ ਘਰ ਛੱਡ ਕੇ ਆਉਂਦੇ ਨੇ, ਮਹਾਰਾਜ ਜੀ ਦੇ ਪਾਵਨ ਦਵਾਰੇ ਤੇ ਆ ਕੇ ਮਿੱਟੀ ਪੁੱਟਦੇ ਹਨ, ਸੇਵਾ ਕਰਦੇ ਹਨ। ਕੀਰਤਕ ਕਰਹਿ ਪਜਾਵਣ ਕਾਲ, ਮਾਟੀ ਚੀਕਣ ਲਹਿ ਸੁਧਾਰ। ਕਈ ਐਸੀ ਸੇਵਾ ਕਰਦੇ ਨੇ, ਪੱਕੀਆਂ ਇੱਟਾਂ ਲਿਆਉਂਦੇ ਨੇ, ਆਵੇ ਬਣਾਉਂਦੇ ਨੇ, ਚੀਕਣੀ ਮਿੱਟੀ ਲਿਆ ਕੇ ਪਜਾਵੇ ਬਣਾਈ ਜਾਂਦੇ ਹਨ। ਸੰਚੈ ਮਾਹੇ ਕੀਟਿਕਾ ਢਾਰੈ, ਸੂਸਕ ਕਰਨ ਕੋ ਇਤ ਉਤ ਧਾਰੈ। ਆਪੋ ਆਪਣੀਆਂ ਸੇਵਾਵਾਂ ਸਿੱਖ ਕਰਦੇ ਨੇ। ਕਈ ਕੀ ਕਰਦੇ ਨੇ, ਇੱਟਾਂ ਨੂੰ, ਮਿੱਟੀ ਨੂੰ ਸੰਚਿਆਂ ਵਿੱਚ ਪਾਉਂਦੇ ਨੇ। ਸੰਚਿਆਂ ਵਿੱਚ ਜਦੋਂ ਮਿੱਟੀ ਆਕਾਰ ਲੈ ਜਾਂਦੀ ਹੈ ਇੱਟ ਦਾ, ਫਿਰ ਉਹਨੂੰ ਦੂਜੀਆਂ ਥਾਵਾਂ ਤੇ ਜਾ ਕੇ ਸ਼ੁਸ਼ਕ ਕਰ ਦਿੰਦੇ ਨੇ, ਸੁਕਾਉਣ ਲਈ ਰੱਖ ਕੇ ਆਉਂਦੇ ਹਨ। ਕੀਰਤਕ ਸਿਰ ਧਰ ਢੋਵਣ ਕਰਹੀ, ਜਹਾਂ ਪਜਾਵੇਂ ਤਹ ਲੈ ਧਰਹੀ। ਕਈ ਸਿੱਖ ਆਪਣੇ ਸਿਰ ਦੇ ਉੱਤੇ ਇੱਟਾਂ ਚੁੱਕਦੇ ਹਨ ਤੇ ਦੂਜੀਆਂ ਥਾਵਾਂ ਤੇ ਰੱਖ ਕੇ ਆਉਂਦੇ ਹਨ। ਕੀਰਤਕ ਦਹਿ ਕਰ ਨਿਜ ਮਤ ਸੰਗ, ਚੀਨਹਿ ਸੋ ਈਂਧਨ ਕਰਹਿ ਉਤੰਗ। ਕਈ ਲੋਕ ਆਪਣੀ ਮਤ ਦੇ ਅਨੁਸਾਰ ਬਾਲਣ ਨੂੰ ਚਿਣਦੇ ਨੇ, ਇੱਟਾਂ ਨੂੰ ਪਕਾਉਣ ਦੀ ਤਿਆਰੀ ਕਰਦੇ ਹਨ। ਕੀਰਤਕ ਪੂਰਾ ਕਰੈ ਸਕੇਲਨ, ਈਟ ਪਕਾਵਣ ਹਿਤ ਕਰ ਮੇਲਣ। ਕਈ ਕੂੜੇ ਨੂੰ ਇਕੱਠਾ ਕਰਦੇ ਨੇ ਤੇ ਇੱਟਾਂ ਨੂੰ ਜੋੜਦੇ ਨੇ, ਇੱਟਾਂ ਨੂੰ ਪਕਾਉਣ ਦਾ ਯਤਨ ਕਰਦੇ ਹਨ। ਕੋ ਭੋਜਨ ਨਿਜ ਘਰ ਤੇ ਖਾਏ, ਸਭ ਦਿਨ ਗੁਰ ਕੀ ਸੇਵ ਕਮਾਏ। ਕਈ ਆਪਣੇ ਘਰੋਂ ਹੀ ਭੋਜਨ ਖਾਂਦੇ ਸਨ ਤੇ ਸੇਵਾ ਜਿਹੜੀ ਹੈ ਸਾਰਾ ਦਿਨ ਗੁਰੂ ਘਰ ਕਰਿਆ ਕਰਦੇ ਸਨ। ਕੀਰਤਕ ਦਰਬ ਅਰਪ ਹੈ ਆਏ, ਬ੍ਰਿੰਦ ਮਿਹਨਤੀ ਦੇਤ ਲਗਾਏ। ਹੁਣ ਜਿਹੜੇ ਸਮਾਂ ਨਹੀਂ ਦੇ ਸਕਦੇ, ਹੱਥੀ ਸੇਵਾ ਨਹੀਂ ਕਰ ਸਕਦੇ, ਉਹ ਕੀ ਕਰਦੇ ਨੇ, ਪੈਸਾ ਦੇ ਜਾਂਦੇ ਨੇ ਗੁਰੂ ਘਰ। ਤੇ ਕਈ ਜਿਹੜੇ ਮਿਹਨਤੀ ਹਨ ਆਪਣੇ ਨਾਂ ਤੇ ਲਗਾ ਦਿੰਦੇ ਹਨ। ਕੀਰਤਕ ਦੇਗ ਆਹਾਰ ਕਰੰਤੇ, ਸਰ ਕੀ ਸੇਵਾ ਲਗੇ ਰਹੰਤੇ। ਮਤਲਬ ਇਹ ਹੈ ਏਡੇ ਵੱਡੇ ਸਰੋਵਰ ਦੀ ਸੇਵਾ ਚੱਲ ਰਹੀ ਸੀ, ਕੋਈ ਲੰਗਰ ਛਕਦਾ ਰਹਿੰਦਾ ਹੈ, ਚਾਰੇ ਬੰਨੇ ਸੰਗਤ ਹੀ ਸੰਗਤ ਇਕੱਠੀ ਰਹਿੰਦੀ ਹੈ। ਕੀਰਤਕ ਅਜਮਤ ਕੇ ਜੁਦ ਭਾਰੀ, ਜਾਏ ਨਿਸ਼ਾ ਨਿਜ ਸਦਨ ਮਝਾਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਈ ਅਜਮਤ ਵਾਲੇ ਸਿੱਖ ਵੀ ਨੇ ਜਿਨ੍ਹਾਂ ਕੋਲ ਭਾਰੀ ਸ਼ਕਤੀਆਂ ਨੇ, ਉਹ ਰਾਤ ਦਿਨ ਦੇ ਵਿੱਚ ਤੇ ਗੁਰੂ ਘਰ ਸੇਵਾ ਕਰਦੇ ਨੇ ਤੇ ਰਾਤ ਨੂੰ ਆਪਣੇ ਘਰ ਚਲੇ ਜਾਂਦੇ ਹਨ। ਓਤ ਭੋਰ ਕੇ ਆਵਤ ਸੋਈ, ਸਰ ਕੀ ਸੇਵ ਲਗੇ
ਸਭ ਕੋਈ। ਸਵੇਰ ਹੁੰਦਿਆਂ ਹੀ ਸਾਰੇ ਫਿਰ ਆ ਜਾਂਦੇ ਸਨ ਤੇ ਜਿਹੜੀ ਸਰੋਵਰ ਦੀ ਸੇਵਾ ਹੈ ਉਹਨੂੰ ਲੱਗ ਜਾਂਦੇ ਸਨ। ਸਫਲ ਜਨਮ ਆਪਣੇ ਕੋ ਜਾਣੈ, ਸਗਰੇ ਦਿਵਸ ਟਹਿਲ ਕੋ ਠਾਨੈ। ਲੋਕ ਸੇਵਾ ਕਰਦੇ ਸਨ, ਸੇਵਾ ਕਰਕੇ ਸੋਚਦੇ ਸਨ ਮੇਰਾ ਜੀਵਨ ਸਫਲ ਹੋ ਰਿਹਾ ਹੈ, ਜ਼ਿੰਦਗੀ ਵਿੱਚ ਆਏ ਆ ਕੁਝ ਤੇ ਕਰਮ ਕਰਕੇ ਜਾਵਾਂਗੇ, ਸਫਲ ਕਰ ਰਹੇ ਆ। ਕਿਉਂਕਿ ਜ਼ਿੰਦਗੀ 'ਚ ਆਏ ਹਾਂ, ਸਫਲ ਹੋ ਜਾਏ ਜ਼ਿੰਦਗੀ, ਇਹਦੇ ਵਾਸਤੇ ਹੀ ਮਨੁੱਖ ਸੰਗਤ ਵਿੱਚ ਆਉਂਦਾ ਹੈ। ਜ਼ਿੰਦਗੀ ਸਫਲ ਹੋ ਜਾਏ। ਦੁਨੀਆ ਤੇ ਬੜੇ ਲੋਕ ਦੁਨੀਆ ਤੇ ਆਉਂਦੇ ਨੇ, ਜ਼ਿੰਦਗੀ ਜਿਉਂਦੇ ਨੇ, ਆਉਣਾ ਸਫਲ ਕਿਸੇ ਕਿਸੇ ਦਾ ਹੁੰਦਾ ਹੈ, ਸਾਰਿਆਂ ਦਾ ਨਹੀਂ ਹੁੰਦਾ। ਸਫਲਤਾ ਕਿਸੇ ਕਿਸੇ ਨੂੰ ਮਿਲਦੀ ਹੈ। ਜਿਵੇਂ ਇੱਥੋਂ ਬੜੇ ਲੋਕ ਚਲੇ ਜਾਣ, ਇੱਥੋਂ ਦੂਜੀ ਥਾਂ ਤੇ ਵਪਾਰ ਕਰਨ ਚਲੇ ਜਾਣ, ਇੱਥੋਂ ਅਮਰੀਕਾ ਵਪਾਰ ਕਰਨ ਚਲੇ ਜਾਣ, ਜੇ 1000 ਲੋਕ ਗਏ ਨੇ ਇਹ ਜ਼ਰੂਰੀ ਨਹੀਂ ਸਾਰਿਆਂ ਨੂੰ ਸਫਲਤਾ ਮਿਲੇਗੀ। ਅੱਧਿਆਂ ਨੂੰ ਸਫਲਤਾ ਮਿਲਦੀ ਹੈ, ਅੱਧਿਆਂ ਨੂੰ ਨਹੀਂ ਮਿਲਦੀ। ਇਸ ਕਰਕੇ ਜਿੰਨੇ ਲੋਕ ਦੁਨੀਆ ਤੇ ਆਏ ਨੇ ਸਾਰੇ ਜ਼ਿੰਦਗੀ ਸਫਲ ਕਰਕੇ ਨਹੀਂ ਜਾਣਗੇ। ਇਹ ਜਿਹੜਾ ਦੁਨੀਆ ਦਾ ਮਾਰਗ ਹੈ, ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਇੱਥੇ ਤ੍ਰਿਸ਼ਨਾ ਦੀ ਅੱਗ ਹੈ, ਪਾਣੀ ਪਾਵਕ। ਜਿਵੇਂ ਤਿਤ ਸਰਵਰ, ਜਿਵੇਂ ਹੁੰਦਾ ਨਾ ਸਰੋਵਰ, ਸਰੋਵਰ ਦੇ ਵਿੱਚ ਪਾਣੀ ਤੇ ਚਿੱਕੜ ਦੋ ਚੀਜ਼ਾਂ ਹੁੰਦੀਆਂ ਨੇ। ਇਹ ਦੁਨੀਆ ਵੀ ਇੱਕ ਸਰੋਵਰ ਹੈ ਤੇ ਇਹ ਜਿਹੜੇ ਮਨੁੱਖ ਹੈ ਇਹ ਸਰੋਵਰ ਦੇ ਵਿੱਚ ਹੀ ਜੀ ਰਿਹਾ ਹੈ। ਇਸ ਦੇ ਮਨ ਦੇ ਵਿੱਚ ਜਿਹੜੀਆਂ ਤ੍ਰਿਸ਼ਨਾਵਾਂ ਨੇ ਇਹ ਅੱਗ ਦੇ ਵਰਗੀਆਂ ਨੇ। ਪਾਣੀ ਪਾਵਕ, ਤ੍ਰਿਸ਼ਨਾ ਰੂਪੀ ਅਗਨ। ਤੇ ਜਿਹੜੀ ਇਹ ਤ੍ਰਿਸ਼ਨਾ ਹੈ ਇਹ ਬੁਝਦੀ ਨਹੀਂ। ਕਦੇ ਧਿਆਨ ਮਾਰ ਕੇ ਵੇਖਣਾ, ਬਚਪਨ ਤੋਂ ਲੈ ਕੇ ਅੱਜ ਤਾਈਂ ਤੇ ਇਹ ਨਹੀਂ ਬੁਝੀ। ਤ੍ਰਿਸ਼ਨਾ ਤੇ ਦਰਿਆਵਾਂ ਵਰਗੀ ਹੁੰਦੀ ਹੈ, ਵੱਧਦੀ ਜਾਂਦੀ ਹੈ, ਵੱਧਦੀ। ਜਿਵੇਂ ਜਦੋਂ ਗੰਗਾ ਨਿਕਲਦੀ ਹੈ ਨਾ ਗੰਗੋਤਰੀ ਤੋਂ, ਵਿਦਵਾਨ ਕਹਿੰਦੇ ਹਨ ਇੱਕ ਇੱਕ ਬੂੰਦ ਕਰਕੇ ਨਿਕਲਦੀ ਹੈ। ਹਰਿਦੁਆਰ ਚਲੇ ਜਾਓ, ਗੰਗਾ ਨੂੰ ਵੇਖ ਕੇ ਡਰ ਹੀ ਲੱਗਦਾ ਹੈ। ਇਵੇਂ ਤ੍ਰਿਸ਼ਨਾਵਾਂ ਜਦੋਂ ਬਚਪਨ 'ਚ ਹੁੰਦਾ ਨੇ, ਛੋਟੀਆਂ ਛੋਟੀਆਂ ਹੁੰਦੀਆਂ ਨੇ, ਵੱਧਦਿਆਂ ਵੱਧਦਿਆਂ ਇੰਨੀਆਂ ਤ੍ਰਿਸ਼ਨਾਵਾਂ ਵੱਧ ਜਾਂਦੀਆਂ ਨੇ, ਔਰ ਤ੍ਰਿਸ਼ਨਾਵਾਂ ਕਦੇ ਫਿਰ ਬੁਝਦੀਆਂ ਨਹੀਂ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਚੱਲਦੀ ਰਹਿੰਦੀ ਹੈ। ਮਹਾਰਾਜ ਕਹਿੰਦੇ ਨੇ ਤ੍ਰਿਸ਼ਨਾ ਇੱਕ ਦਰਿਆ ਦੀ ਤਰ੍ਹਾਂ ਹੈ ਔਰ ਇਹ ਵਿਰਲੇ ਮਨੁੱਖ ਦੀ ਵੱਜਦੀ ਹੈ। ਜਿਵੇਂ ਰੇਗਿਸਤਾਨ ਦੇ ਵਿੱਚ ਨਾ ਤ੍ਰਿਸ਼ਨਾ ਕੈਸੀ ਹੈ, ਜਿਵੇਂ ਰੇਗਿਸਤਾਨ ਦੇ ਵਿੱਚ ਨਾ ਹਿਰਨ ਨੂੰ ਇਵੇਂ ਲੱਗਦਾ ਹੈ ਦੂਰ ਪਾਣੀ ਹੈ। ਜਦੋਂ ਹਿਰਨ ਉਹ ਪਾਣੀ ਤੇ ਹੀ ਪਹੁੰਚਦਾ ਹੈ, ਨਾਲੋਂ ਨਾਲ ਉੱਥੇ ਪਾਣੀ ਨਹੀਂ ਹੁੰਦਾ, ਉਹਨੂੰ ਲੱਗਦਾ ਹੈ ਹੁਣ ਪਾਣੀ ਅੱਗੇ ਹੈ। ਉੱਥੋਂ ਤੁਰਦਾ ਕਿਲੋਮੀਟਰ ਦੂਰ, ਪਾਣੀ ਫਿਰ ਵੀ ਨਹੀਂ ਹੁੰਦਾ। ਜਿਵੇਂ ਹੁਣ ਗਰਮੀ ਹੈ ਨਾ, ਜੀਟੀ ਰੋਡ ਤੇ ਤੁਸੀਂ ਜਦੋਂ ਜਾਓਗੇ ਐਵੇਂ ਲੱਗੇਗਾ ਕਿਲੋਮੀਟਰ ਤੇ ਪਾਣੀ ਹੈ ਜੀਟੀ ਰੋਡ ਤੇ, ਉੱਥੇ ਪਹੁੰਚੋਗੇ ਲੱਗੇਗਾ ਅੱਗੇ ਕਿਲੋਮੀਟਰ ਤੇ ਪਾਣੀ ਹੈ। ਇਵੇਂ ਮਨੁੱਖ ਦੇ ਮਨ ਦੀ ਤ੍ਰਿਸ਼ਨਾ ਹੈ। ਇਹਨੂੰ ਲੱਗਦਾ ਹੈ ਜਦੋਂ ਬਚਪਨ 'ਚ ਮੇਰੇ ਕੋਲ ਸਾਈਕਲ ਨਹੀਂ ਹੈ, ਸਾਈਕਲ ਮਿਲ ਜਾਏਗਾ ਨਾ ਤੇ ਮੈਂ ਬੜਾ ਰਾਜੀ ਹੋ ਜਾਵਾਂਗਾ, ਚਿੰਤਾ ਫਰੀ ਹੋ ਜਾਵਾਂਗਾ। ਸਾਈਕਲ ਮਿਲ ਜਾਂਦਾ ਹੈ, ਮਹੀਨਾ ਚਲਾਉਂਦਾ, ਕਹਿੰਦੇ ਨਹੀਂ, ਹੁਣ ਕਿਤੇ ਮੋਟਰਸਾਈਕਲ ਮਿਲ ਜਾਏ ਨਾ ਤੇ ਸ਼ਾਂਤੀ ਆ ਜਾਏਗੀ। ਉਹ ਵੀ ਮਿਲ ਜਾਂਦੀ ਹੈ, ਫਿਰ ਅੱਗੇ ਅੱਗੇ ਤੋਂ ਅੱਗੇ ਦਰਿਆ ਚੱਲਦਾ ਹੀ ਰਹਿੰਦਾ ਹੈ, ਇਹ ਬੁਝਦਾ ਨਹੀਂ। ਮੈਨੂੰ ਯਾਦ ਆਉਂਦੀ ਹੈ ਇੱਕ ਫਕੀਰ ਦੀ ਗੱਲ। ਇੱਕ ਰਾਜੇ ਦੇ ਕੋਲ ਉਹ ਚਲਾ ਗਿਆ, ਰਾਜੇ ਨੂੰ ਕਹਿੰਦਾ ਰਾਜਾ ਮੈਨੂੰ ਕੋਈ ਭਿਕਸ਼ਾ ਦੇ ਦੇ। ਰਾਜਾ ਕਹਿੰਦਾ ਤੂੰ ਰਾਜੇ ਦੇ ਸਾਹਮਣੇ ਆਇਆ, ਕੋਈ ਵੱਡਾ ਪਾਤਰ ਕਰ। ਉਹਨੇ ਇੱਕ ਜੱਗ ਜਾ ਕੀਤਾ, ਕਹਿੰਦੇ ਆ ਭਰ ਦੇ, ਪਰ ਯਾਦ ਰੱਖੀ ਤੇਰੇ ਤੋਂ ਇਹ ਭਰਿਆ ਨਹੀਂ ਜਾਣਾ। ਕਮਾਲ ਹੋ ਗਈ, ਛੋਟਾ ਜਿਹਾ ਜੱਗ, 4 ਕਿਲੋ ਦਾਣੇ ਪਾਵਾਂਗੇ ਤਾਂ ਨਹੀਂ ਭਰ ਦਿਆਂਗੇ। ਪਹਿਲਾਂ ਉਹਨੇ ਆਪਣੇ 2 ਹੀਰੇ ਪਾਏ, ਨਾ ਭਰਿਆ। ਫਿਰ ਸੋਨਾ, ਹੌਲੀ ਹੌਲੀ ਖਜ਼ਾਨਾ ਹੀ ਖਾਲੀ ਕਰਤਾ। ਫਕੀਰ ਨੂੰ ਕਹਿੰਦਾ ਇਹ ਭਰਨ ਤੇ ਕਿਉਂ ਨਹੀਂ ਆ ਰਿਹਾ? ਫਕੀਰ ਕਹਿੰਦਾ ਇਹ ਭਰਨਾ ਵੀ ਨਹੀਂ ਹੈ। ਕਹਿੰਦਾ ਕਿਉਂ? ਕਹਿੰਦੇ ਤੈਨੂੰ ਪਤਾ ਹੈ ਇਹ ਜੱਗ ਨਹੀਂ ਹੈ,
ਇਹ ਤੇ ਮੈਂ ਮੜੀਆਂ ਚੋਂ ਲੰਘਦਾ ਪਿਆ ਸੀ ਤੇ ਕਿਸੇ ਇਨਸਾਨ ਦੀ ਖੋਪਰੀ ਪਈ ਸੀ, ਉਹਦਾ ਮੈਂ ਜੱਗ ਬਣਾ ਲਿਆ ਤੇ ਤੇਰੇ ਸਾਹਮਣੇ ਰੱਖਿਆ, ਭਰਨ ਵਾਲੀ ਕੋਈ ਨਹੀਂ। ਇਹ ਇਨਸਾਨ ਦੀ ਖੋਪਰੀ ਐਸੀ ਹੈ, ਇਹ ਭਰਦੀ ਨਹੀਂ ਹੈ। ਗਾਂ ਤੋਂ ਗਾਂ, ਗਾਂ ਤੋਂ ਗਾਂ। ਬਾਣੀ ਇਹ ਕਹਿੰਦੀ ਹੈ, ਸਹਿਸ ਖੱਟੇ ਲੱਖ ਕੋ ਉਠਤਾ ਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ। ਇਹ ਜੇ 1000 ਇਹਨੇ ਕਮਾ ਲਏ ਨੇ, ਲੱਖਾਂ ਤੇ ਆਸਾਂ ਬੰਨ ਲੈਂਦਾ। ਬਾਣੀ ਇਹ ਨਹੀਂ ਕਹਿੰਦੀ ਲੱਖ ਨਾ ਕਮਾ, ਇਹਦੀ ਤੇ ਜ਼ਿਕਰ ਹੀ ਨਹੀਂ ਕਰਦੀ ਬਾਣੀ। ਬਾਣੀ ਕਹਿੰਦੀ ਹੈ ਇਹਦੀ ਪਕੜ ਮਾੜੀ ਹੈ, ਸਾਰਾ ਦਿਨ ਇਹਦੀ ਹੀ ਯਾਦ ਵਿੱਚ ਜੀਣਾ ਇਹ ਮਾੜਾ ਹੈ। ਮਨੁੱਖ ਆਪਣੀ ਜ਼ਿੰਦਗੀ 'ਚ ਮਾਇਆ ਕਮਾਏ, ਸਾਰਾ ਕੁਝ ਕਰੇ, ਪਰ ਉਹਦੀ ਯਾਦ ਵਿੱਚ ਜੀਣਾ ਇਹ ਮਾੜਾ ਹੈ। ਯਾਦ ਪਰਮੇਸ਼ਰ ਦੀ ਰਹੇ, ਤਰੱਕੀ ਕਰੇ, ਦੁਨਿਆਵੀ ਤੌਰ ਤੇ ਤਰੱਕੀ ਕਰੇ, ਪਰ ਇਹ ਤਰੱਕੀ ਦੇ ਚੱਕਰ ਵਿੱਚ ਮਨੁੱਖ ਐਸਾ ਪੈਂਦਾ ਹੈ, ਇਹ ਭਰਦਾ ਹੀ ਨਹੀਂ, ਸਾਰੀ ਉਮਰ ਇਹਦੇ ਵਿੱਚ ਹੀ ਗਵਾ ਲੈਂਦਾ ਹੈ। ਪਰ ਅੰਤ ਨੂੰ ਹੁੰਦਾ ਕੀ ਹੈ? ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣਾ। ਕਿਉਂਕਿ ਦੁਨਿਆਵੀ ਤੌਰ ਤੇ ਜੋ ਕੁਝ ਮਨੁੱਖ ਨੇ ਕਮਾਉਣਾ ਹੈ, ਜਿਸ ਦਿਨ ਇਹਨੇ ਦੁਨੀਆ ਤੋਂ ਜਾਣ ਲੱਗਣਾ, ਉਦਣ ਹੀ ਸੰਬੰਧ ਟੁੱਟ ਜਾਏਗਾ, ਭਾਵੇਂ ਅਰਬਾਂ ਰੁਪਏ ਹੋਣ। ਜਿੱਦਣ ਇਸ ਨੇ ਜਾਣਾ ਹੈ, ਸਰੀਰ ਫੂਕ ਦਿੱਤਾ ਜਾਣਾ ਹੈ, ਮਨ ਖਾਲੀ ਦਾ ਖਾਲੀ ਰਹਿ ਜਾਣਾ ਹੈ। ਕਿਉਂਕਿ ਦੁਨਿਆਵੀ ਤੌਰ ਤੇ ਦੁਬਾਰਾ ਇਹ ਨਹੀਂ, ਮਨੁੱਖ ਦਾ ਦੁਬਾਰਾ ਜਨਮ ਨਹੀਂ ਹੁੰਦਾ, ਐਸਾ ਨਹੀਂ ਹੈ। ਇਹ ਦੋ ਚੀਜ਼ਾਂ ਨੇ। ਸਰੀਰ ਵੱਖਰੀ ਚੀਜ਼ ਹੈ, ਜੋ ਆ ਸਰੀਰ ਦੇ ਅੰਦਰ ਬੋਲਦਾ ਹੈ ਇਹ ਵੱਖਰੀ ਚੀਜ਼ ਹੈ। ਇਹਨੂੰ ਅਸੀਂ ਸੂਖਸ਼ਮ ਸਰੀਰ ਕਹਿੰਦੇ ਹਾਂ। ਇਹਦੇ ਅੰਦਰ ਹੀ ਸਾਰਾ ਕੁਝ ਇਕੱਠਾ ਹੋਇਆ ਪਿਆ ਹੈ, ਇਹਦੇ ਅੰਦਰ ਹੀ। ਇਹਨੂੰ ਹੀ ਅਸੀਂ ਮਨ ਕਹਿ ਲੈਂ, ਜੋ ਮਰਜ਼ੀ ਅਸੀਂ ਇਹਨੂੰ ਕਹਿ ਲਈਏ, ਚੇਤਨਾ ਹੈ ਗਹਿਰੀ ਤੌਰ ਤੇ। ਇਹ ਸੂਖਸ਼ਮ ਸਰੀਰ 'ਚ ਜਿਹੜੇ ਜਿਹੜੇ ਸੰਸਕਾਰ ਬਣੇ ਨੇ, ਦੁਬਾਰਾ ਦੁਬਾਰਾ ਉਹ ਸੰਸਕਾਰਾਂ ਦੇ ਨਾਲ ਮਨੁੱਖ ਨੂੰ ਜਨਮ ਮਿਲਦਾ ਰਹਿੰਦਾ ਹੈ। ਸਤਿਗੁਰ ਅਰਜਨ ਅੰਤਰਜਾਮੀ, ਜੋ ਸੇਵੈ ਸੋ ਜਾਣੈ ਸੁਆਮੀ। ਸਤਿਗੁਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਅੰਤਰਜਾਮੀ ਨੇ। ਜਿਹੜੇ ਵੀ ਸੇਵਾਵਾਂ ਕਰਦੇ ਨੇ, ਗੁਰੂ ਜੀ ਉਹਨਾਂ ਦੇ ਅੰਦਰ ਦੀ ਭਾਵਨਾ ਨੂੰ ਜਾਣਦੇ ਹਨ। ਮਹਾ ਮਹਾਤਮ ਚਹਿਲ ਵਿਤਾਰਾ, ਜੋ ਸਿੱਖ ਹੋਏ ਕਾਮਨਾ ਵਾਰਾ। ਉਹ ਮਹਾ ਮਹਾਤਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ, ਜਿਹੜਾ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੋਵੇ। ਇਸ ਜੁਗ ਕੇ ਇਸ ਜਗ ਕੇ ਸੁਖ ਸਭ ਬਿਦ ਦੀਨ, ਪੁਨ ਪਰਲੋਕ ਮੈਂ ਸੁਭ ਗਤ ਕੀਨ। ਸਤਿਗੁਰੂ ਜੀ ਮਹਾਰਾਜ ਇਸ ਲੋਕ ਨੂੰ, ਇਸ ਲੋਕ ਦੇ ਸਾਰੇ ਸੁੱਖ ਦਿੰਦੇ ਨੇ ਤੇ ਪਰਲੋਕ ਦੀਆਂ ਵੀ ਖੁਸ਼ੀਆਂ ਦਿੰਦੇ ਹਨ। ਮਨੁੱਖ ਸਾਰੇ ਪ੍ਰਕਾਰ ਦੀਆਂ ਮਨੁੱਖ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ। ਪਰ ਅਸਲ ਦੇ ਵਿੱਚ ਹੁੰਦਾ ਕੀ ਹੈ? ਅੱਜ ਦੀ ਦੁਨੀਆ ਦੇ ਵਿੱਚ ਦੁਨੀਆ ਇੰਨੇ ਮਾੜੇ ਹਾਲਾਤਾਂ ਵਿੱਚੋਂ ਗੁਜ਼ਰਦੀ ਹੈ, ਇਹਦੇ ਕੁਝ ਕਾਰਨ ਨੇ। ਅੱਜ ਦੀ ਦੁਨੀਆ ਦੇ ਵਿੱਚ ਪਰਮਾਤਮਾ ਸਿਰਫ ਤੇ ਸਿਰਫ ਇੱਕ ਸਾਧਨ ਬਣ ਗਿਆ ਹੈ। ਭਾਵੇਂ ਉਹ ਗੁਰਦੁਆਰਾ ਹੈ, ਮੰਦਿਰ ਹੈ, ਮਸਜਿਦ ਹੈ, ਕੋਈ ਵੀ ਸਥਾਨ ਹੈ, ਲੋਕ ਉੱਥੇ ਜਾਂਦੇ ਨੇ ਸਿਰਫ ਤੇ ਸਿਰਫ ਜੋ ਉਹਨਾਂ ਦੇ ਮਨ ਦੀਆਂ ਕਾਮਨਾਵਾਂ ਨੇ, ਸਿਰਫ ਉਹ ਪੂਰੀਆਂ ਹੋ ਜਾਣ। ਉੱਥੇ ਗੁਰੂ ਪੀਰ ਇਹਨੂੰ ਕੀ ਸਮਝਾਉਂਦੇ ਨੇ, ਉਹ ਮਨੁੱਖ ਲੈਣਾ ਹੀ ਨਹੀਂ ਚਾਹੁੰਦਾ। ਗੁਰਬਾਣੀ ਕੀ ਕਹਿੰਦੀ ਹੈ, ਜ਼ਿੰਦਗੀ ਕਿਵੇਂ ਚਲਾਉਣੀ ਹੈ, ਮਨੁੱਖ ਕਹਿੰਦਾ ਇਹਦੀ ਮੈਨੂੰ ਜ਼ਰੂਰਤ ਨਹੀਂ ਹੈ, ਉਹ ਮੈਂ ਆਪਣੇ ਅਨੁਸਾਰ ਚਲਾਵਾਂਗਾ। ਰੱਬਾ ਤੂੰ ਮੈਨੂੰ ਪਦਾਰਥ ਦੇਈ ਚੱਲ, ਵੱਡਾ ਘਰ ਦੇ, ਸਭ ਕੁਝ ਦੇ ਦੇ, ਮਤ ਨਾ ਦੇਈ, ਕਿਉਂਕਿ ਮਤ ਮੇਰੇ ਕੋਲ ਬੜੀ ਹੈ। ਮਨੁੱਖ ਮਤ ਦੀ ਤੇ ਮੰਗ ਕਰਦਾ ਹੀ ਨਹੀਂ, ਗੁਰੂ ਦੇ ਕੋਲ ਆ ਗਿਆ। ਬਾਣੀ ਕਹਿੰਦੀ ਹੈ ਜੇ ਤੂੰ ਗੁਰਦੁਆਰੇ ਚੱਲਿਆ ਹੈ, ਮੰਦਿਰ ਚੱਲਿਆ ਹੈ, ਮਸਜਿਦ ਕਿਤੇ ਵੀ ਚੱਲਿਆ ਹੈ, ਘੱਟੋ ਘੱਟ ਮਤ ਤੇ ਲੈ ਕੇ ਆ ਉੱਥੋਂ। ਕਹਿੰਦੇ ਮੈਨੂੰ ਮਤ ਦੀ ਲੋੜ ਨਹੀਂ ਹੈ, ਪਰਮਾਤਮਾ ਜਿਹੜੇ ਤੇਰੇ ਪਦਾਰਥ ਨੇ ਉਹ ਮੈਨੂੰ ਦੇ ਦੇ, ਮਤ ਮੇਰੇ ਕੋਲ ਬੜੀ ਹੈ। ਇਸੇ ਮਤ ਵਾਲੇ ਲੋਕਾਂ ਨੇ ਇਹ ਦੁਨੀਆ ਨੂੰ ਨਰਕ ਦਾ ਦਵਾਰ ਬਣਾ ਦਿੱਤਾ ਹੈ, ਜਲਾਦਾਂ ਦੀ ਦੁਨੀਆ ਬਣਾ ਦਿੱਤੀ ਹੈ। ਦੁਖੀ ਹਿਰਦੇ ਨਾਲ ਇਹ ਗੱਲਾਂ ਕਹਿਣੀਆਂ ਪੈਂਦੀਆਂ ਨੇ। ਜੈਸਾ ਇਹ ਦੌਰ ਚੱਲ ਰਿਹਾ ਹੈ, ਐਸਾ ਲੱਗਦਾ ਹੈ ਆਉਣ ਵਾਲੇ ਜੇ ਐਸਾ ਹੀ ਕੰਮ ਚੱਲਦਾ ਰਿਹਾ 15-20 ਸਾਲਾਂ ਦੇ ਵਿੱਚ ਵੇਖੋਗੇ ਦੁਨੀਆ ਦਾ ਮੰਜ਼ਰ ਬੜਾ ਗਹਿਰਾ ਤੇ ਡੂੰਘਾ ਹੋਵੇਗਾ। ਦੁਨੀਆ ਜਿਹੜੇ ਰਾਹਾਂ ਤੇ ਤੁਰ ਪਈ ਹੈ,
ਕੋਈ ਰੱਬ ਦੀ ਗੱਲ ਸੁਣਨ ਵਾਲਾ ਨਹੀਂ। ਗੁਰਦੁਆਰਿਆਂ ਦੇ ਹਾਲ ਖਾਲੀ ਪਏ ਨੇ, ਮੰਦਰਾਂ ਦੇ ਹਾਲ ਖਾਲੀ ਪਏ ਨੇ, ਗਿਰਜਾ ਘਰਾਂ 'ਚ ਜਾਂਦਾ ਕੋਈ ਨਹੀਂ। ਕਾਰਨ ਕੀ? ਮਨੁੱਖ ਮਤ ਦੀ ਮੰਗ ਕਰਦਾ ਹੀ ਨਹੀਂ। ਮਨੁੱਖ ਆਪਣੇ ਆਪ 'ਚ ਬਹੁਤ ਹੰਕਾਰੀ ਤੇ ਬਹੁਤ ਹੀ ਬਲਵਾਨ ਬਣ ਚੁੱਕਿਆ ਹੈ। ਆਪਣੀ ਮਤ ਨੂੰ ਗਹਿਰੀ ਸਮਝਦਾ ਹੈ। ਪਰ ਯਾਦ ਰੱਖਣਾ, ਜਦੋਂ ਇੱਕ ਵਾਰੀ ਗੁਰੂ ਦੀ ਮਤ ਤੋਂ ਮਨੁੱਖ ਹਟ ਜਾਂਦਾ ਨਾ, ਕਿੰਨੇ ਦੁੱਖ ਉਹਨੂੰ ਸਹਿਣੇ ਪੈਂਦੇ ਨੇ। ਗੁਰਬਾਣੀ ਦੇ ਵਿੱਚ ਉਦਾਹਰਣ ਆਉਂਦਾ ਹੈ ਅਜਾਮਲ ਦਾ। ਅਜਾਮਲ ਆਪਣੇ ਗੁਰੂ ਦੇ ਕੋਲ ਜਾਂਦਾ ਹੁੰਦਾ ਸੀ ਵਿੱਦਿਆ ਲੈਣ ਲਈ, ਕਿਉਂਕਿ ਅਜਾਮਲ ਦਾ ਪਿਤਾ ਰਾਜੇ ਦਾ ਮੁੱਖ ਪੰਡਤ ਸੀ, ਵਿਦਵਾਨ ਸੀ ਰਾਜੇ ਦਾ। ਉਸ ਦੇ ਗੁਰੂ ਨੇ ਉਹਨੂੰ ਰੋਜ਼ ਕਹਿਣਾ, ਰੋਜ਼ ਆਉਂਦਾ ਸੀ, ਕਹਿੰਦੇ ਬੇਟਾ ਆਉਣਾ ਤੇ ਤੂੰ ਰੋਜ਼ ਹੈ, ਮਤਾਂ ਯਾਦ ਰੱਖੀ ਕਦੇ ਸ਼ਹਿਰ ਦੇ ਵਿੱਚੋਂ ਆ ਜਾਏ। ਸ਼ਹਿਰ ਦੇ ਵਿੱਚੋਂ ਨਹੀਂ ਆਉਣਾ, ਬਾਹਰੋਂ ਬਾਹਰ ਆਉਣਾ ਹੈ। ਰੋਜ਼ ਆਉਂਦਾ ਸੀ। ਇੱਕ ਦਿਨ ਗੁਰੂ ਦੀ ਗੱਲ ਨੂੰ ਭੁਲਾ ਕੇ ਸ਼ਹਿਰ ਦੇ ਵਿੱਚੋਂ ਚੱਲ ਪਿਆ। ਸ਼ਹਿਰ ਦੇ ਵਿੱਚੋਂ ਤੁਰਿਆ, ਵੇਖਿਆ ਵੇਸ਼ਵਾਵਾਂ ਦਾ ਮਹੱਲਾ ਵਿੱਚ ਆ ਗਿਆ, ਮੋਹਿਤ ਹੋ ਗਿਆ। ਵੇਸ਼ਵਾਵਾਂ ਨੇ ਮੋਹਿਤ ਕਰ ਲਿਆ। ਫਿਰ ਗੁਰੂ ਦੀ ਗੱਲ ਨੂੰ ਨਜ਼ਰ ਅੰਦਾਜ਼ ਕੀਤਾ। ਫਿਰ ਰੋਜ਼-ਰੋਜ਼ ਉਸੇ ਮਹੱਲੇ 'ਚੋਂ ਆਉਣ ਲੱਗ ਪਿਆ। ਗੁਰੂ ਨੇ ਉਹਨੂੰ ਫਿਰ ਸਮਝਾਉਣਾ, ਬੇਟਾ ਇਸ ਰਾਸਤੇ ਨਾ ਜਾਈ, ਇਹ ਰਾਸਤਾ ਬੜਾ ਮਾੜਾ ਹੈ। ਪਰ ਜਿਵੇਂ ਹੁੰਦਾ ਨਾ, ਮਨੁੱਖ ਇਗਨੋਰ ਕਰਦਾ ਹੈ। ਪਰ ਮੈਂ ਕਈ ਵਾਰੀ ਇਹ ਸੋਚਦਾ ਹਾਂ, ਕਈ ਵਾਰੀ ਸਤ ਸੰਗਤ ਹੁੰਦੀ ਹੋਏ ਨਾ, ਗੁਰਦੁਆਰਿਆਂ ਵਿੱਚ ਵੀ ਬੜਾ ਵੱਡਾ ਦੀਵਾਨ ਲੱਗਿਆ ਹੋਏ, ਲੋਕ ਆਪਣੀਆਂ ਗੱਲਾਂ ਕਰਦੇ ਰਹਿੰਦੇ ਨੇ। ਉਹ ਪਤਾ ਵੀ ਕਿਹੜੇ ਲੋਕ ਹੁੰਦੇ ਨੇ, ਉਹ ਵਾਲੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਵੇਂ ਲੱਗਦਾ ਹੈ ਇਹ ਗੁਰੂ ਦੀ ਗੱਲ ਮੇਰੀ ਗੱਲ ਤੋਂ ਛੋਟੀ ਹੈ। ਉਹ ਲੋਕ ਹੁੰਦੇ ਨੇ ਜਿਹੜੇ ਚੱਲਦੀ ਹੋਈ ਸਭਾ ਦੇ ਵਿੱਚ ਗੁਰੂ ਦੀ ਗੱਲ ਨੂੰ ਇਗਨੋਰ ਕਰਦੇ ਨੇ। ਇਹਦਾ ਮਤਲਬ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਸਾਡੀ ਮਤ ਵੱਡੀ ਹੈ ਗੁਰੂ ਦੀ ਮਤ ਨਾਲੋਂ। ਔਰ ਬੜਿਆਂ ਥਾਵਾਂ ਤੇ ਤੁਸੀਂ ਜਾਵੋਗੇ, ਅਕਸਰ ਸਾਨੂੰ ਭੋਗਾਂ ਤੇ ਜਾਣ ਦਾ ਸਮਾਂ ਮਿਲਦਾ ਹੀ ਰਹਿੰਦਾ ਹੈ। ਮੈਂ ਬੜੀ ਵਾਰ ਵੇਖਦਾ ਬੀਬੀਆਂ ਭੈਣਾਂ ਗੱਲਾਂ ਕਰਦੀਆਂ ਰਹਿੰਦੀਆਂ ਨੇ। ਉਹ ਵਾਲੀਆਂ ਬੀਬੀਆਂ ਨੇ ਜਿਨ੍ਹਾਂ ਨੂੰ ਇਵੇਂ ਲੱਗਦਾ ਹੈ ਸਾਡੀਆਂ ਗੱਲਾਂ ਗੁਰੂ ਕੁਛ ਨਹੀਂ ਹੈ, ਸਾਡੀਆਂ ਗੱਲਾਂ ਵੱਡੀਆਂ ਨੇ। ਮਤਲਬ ਇੱਡੀ ਵੱਡੇ ਗੁਰੂ ਦੀ ਗੱਲ ਨੂੰ ਜਿਹੜਾ ਮਨੁੱਖ ਨਜ਼ਰ ਅੰਦਾਜ਼ ਕਰ ਰਿਹਾ ਹੈ ਨਾ, ਉਹ ਆਪਣੇ ਮਾਂ-ਬਾਪ ਨੂੰ ਵੀ ਕੁਛ ਨਹੀਂ ਸਮਝੇਗਾ। ਜਿਹਨੇ ਇੱਡੇ ਵੱਡੇ ਗੁਰੂ ਦਾ ਡਰ ਨਹੀਂ ਰੱਖਿਆ, ਇੱਡੇ ਵੱਡੇ ਪਰਮਾਤਮਾ ਦਾ ਡਰ ਨਹੀਂ ਰੱਖਿਆ, ਉਹ ਆਪਣੇ ਪਿਤਾ ਦਾ ਕੀ ਡਰ ਰੱਖੇਗਾ? ਉਹਨੂੰ ਆਪਣੀ ਮਾਂ ਦਾ ਕੀ ਡਰ ਹੈ? ਇਸ ਕਰਕੇ ਦੁਨੀਆ ਦਾ ਜਿਹੜਾ ਮੰਜ਼ਰ ਗੁਰੂ ਤੋਂ ਟੁੱਟਿਆ। ਅਜਾਮਲ ਰੋਜ਼ ਆਉਂਦਾ ਸੀ। ਇੱਕ ਦਿਨ ਐਸਾ ਹੋਇਆ, ਮੋਹਿਤ ਹੁੰਦਾ ਉਹਦੇ ਪਿਤਾ ਹੈ ਜਿਹੜਾ, ਪਿਤਾ ਦੇ ਮਰਨ ਤੋਂ ਬਾਅਦ ਰਾਜੇ ਦਾ ਪੁਰੋਹਿਤ ਲੱਗ ਗਿਆ। ਪਰ ਰਾਜੇ ਨੇ ਵੀ ਉਹਨੂੰ ਪਿੰਡੋਂ ਕੱਢ ਦਿੱਤਾ। ਵੇਸ਼ਵਾ ਨਾਲ ਵਿਆਹ ਕਰਾ ਲਿਆ, 7 ਬੱਚੇ ਹੋ ਗਏ, ਗਰੀਬੀ ਦੇ ਵਿੱਚ ਜ਼ਿੰਦਗੀ ਕੱਟੀ। ਕਹਿਣ ਦਾ ਭਾਵ ਇਹ ਹੈ, ਜਦੋਂ ਮਨੁੱਖ ਗੁਰੂ ਦੀ ਗੱਲ ਨੂੰ ਇਗਨੋਰ ਕਰੇਗਾ, ਉਦੋਂ ਹੀ ਦੁੱਖਾਂ ਦੇ ਪਹਾੜ ਉਹਦੀ ਜ਼ਿੰਦਗੀ ਵਿੱਚ ਡਿੱਗ ਪੈਂਦੇ ਹਨ। ਇਸ ਪ੍ਰਕਾਰ ਸਰਬੀ ਨਿਤਕਾਰ ਹੋਇਓ ਜਾਤ ਖਨ ਵਹਿਰ ਨਿਕਾਰ। ਐਵੇਂ ਕਰਕੇ ਅੰਮ੍ਰਿਤਸਰ ਦੇ ਪਾਵਨ ਸਰੋਵਰ ਦੀ ਸੇਵਾ ਹੁੰਦੀ ਰਹਿੰਦੀ ਸੀ। ਸੰਗਤਾਂ ਆਉਂਦੀਆਂ ਸਨ, ਮਿੱਟੀ ਪੁੱਟ ਕੇ ਬਾਹਰ ਸੁੱਟੀ ਜਾਂਦੀਆਂ ਸਨ। ਜੇ ਸਿੱਖ ਲੰਮੇ ਦੇਸ ਮਝਾਰ ਧਨੀ ਕੇ ਪੱਕੇ ਪੁੱਠੋ ਹਾਰ। ਕਈ ਸਿੱਖ, ਹੁਣ ਅੱਡ-ਅੱਡ ਦੇਸ਼ਾਂ ਦਾ ਨਾਮ ਲਿਖਿਆ ਭਾਈ ਜੀ ਨੇ, ਕਹਿੰਦੇ ਕਈ ਸਿੱਖ ਲੰਮੇ ਦੇਸ਼ ਦੇ ਸੀ, ਧੰਨੀ ਘੇਪ ਪੋਠੋ ਹਾਰ। ਇਹਨਾਂ ਇਲਾਕਿਆਂ ਦੇ ਸਿੱਖ ਸੇਵਾ ਕਰਨ ਆਉਂਦੇ ਸਨ। ਤਖਤ ਹਜ਼ਾਰਾ ਛੱਛ ਹਜ਼ਾਰਾ ਕਾਬਲ ਨਗਰ ਪਿਸ਼ੋਰ ਕੰਧਾਰਾ। ਕਿਉਂਕਿ ਅੰਮ੍ਰਿਤਸਰ ਤੋਂ ਥੋੜੀ ਦੂਰ ਤੇ ਹੈ ਲਾਹੌਰ, ਪਿਸ਼ੋਰ, ਕਾਬਲ, ਕੰਧਾਰ। ਪਹਿਲਾਂ ਤਾਂ ਇੱਕ ਹੀ ਹੁੰਦਾ ਸੀ, ਚਲੋ ਵੰਡ ਤੇ 1947 ਚ ਹੋਈ ਹੈ। ਕਾਬਲ ਤੋਂ, ਕੰਧਾਰ ਤੋਂ, ਤਖਤ ਹਜ਼ਾਰੇ ਤੋਂ, ਛੱਜ ਹਜ਼ਾਰੇ ਤੋਂ, ਇਹਨਾਂ ਪਿੰਡਾਂ ਚੋਂ ਸ਼ਹਿਰਾਂ ਚੋਂ ਸੰਗਤ ਚੱਲ ਕੇ ਅੰਮ੍ਰਿਤਸਰ ਆਇਆ ਕਰਦੀ ਸੀ। ਬਲਖ ਬੁਖਾਰਾ ਅਰਸ ਮੁਲਤਾਨ ਇਤਿਆਦਿਕ ਪਸ਼ਚਮ ਦਿਸ ਜਾਨ। ਬਲਖ ਤੇ ਬੁਖਾਰਾ, ਮੁਲਤਾਨ, ਇਹ ਸਾਰੇ ਅੱਜ ਕੱਲ੍ਹ ਪਾਕਿਸਤਾਨ 'ਚ ਨੇ। ਇਹਨਾਂ ਸ਼ਹਿਰਾਂ 'ਚੋਂ ਸੰਗਤ ਆਉਂਦੀ ਸੀ ਤੇ ਪੱਛਮ ਦੇਸ਼ 'ਚੋਂ ਵੀ ਬੜੀ ਸੰਗਤ ਆਇਆ ਕਰਦੀ ਸੀ। ਛਠੇ ਮਾਸ ਕੈ ਸੰਪਤ ਮਾਹੀ ਦਰਸ਼ਨ ਕਰਨ ਆਏ ਗੁਰ ਪਾਹੀ।
ਕਮਾਲ ਦੀ ਗੱਲ ਤੇ ਇਹ ਹੈ ਉਹ 6-6 ਮਹੀਨੇ ਲਈ ਆਉਂਦੇ ਹੁੰਦੇ ਸਨ ਸੇਵਾ ਕਰਨ। ਮੈਂ ਆਪਣੀ ਜ਼ਿੰਦਗੀ 'ਚ ਵੇਖਿਆ ਪਹਿਲੇ ਸਮਿਆਂ 'ਚ ਗੁਰੂ ਘਰ ਸੇਵਾ ਕਰਨ ਜਾਣੀ। ਬਾਬਾ ਜੀਵਨ ਸਿੰਘ ਜੀ ਨੇ ਜਦੋਂ ਸੇਵਾ ਚਲਾਈ ਹਜੂਰ ਸਾਹਿਬ, ਸਾਡਿਆਂ ਪਿੰਡਾਂ 'ਚੋਂ 2-2 3-3 ਮਹੀਨੇ ਲਈ ਸੰਗਤ ਜਾਂਦੀ ਹੁੰਦੀ ਸੀ, 4-4 ਮਹੀਨੇ ਲਈ। ਪਰ ਕਮਾਲ ਦੀ ਗੱਲ ਇਹ ਸੀ ਘਰਾਂ ਦੇ ਗੁਜ਼ਾਰੇ ਉਦੋਂ ਵੀ ਚੱਲਦੇ ਹੁੰਦੇ ਸੀ। 2-2 ਮਨੁੱਖ ਸੇਵਾ ਤੇ ਰਹਿਣੇ, ਘਰਾਂ 'ਚ ਫਿਰ ਵੀ ਖੁਸ਼ੀਆਂ ਰਹਿਣੀਆਂ। ਅੱਜ ਸਾਰਾ ਟੱਬਰ ਕਮਾਉਂਦਾ ਹੈ, ਪੂਰੀ ਫਿਰ ਵੀ ਨਹੀਂ ਪੈ ਰਹੀ। ਕਮਾਲ ਦੀ ਗੱਲ ਤੇ ਇਹ ਹੋ ਗਈ, ਸਾਰਾ ਹੀ ਪਰਿਵਾਰ ਕਮਾਉਣ ਤੇ ਲੱਗਿਆ ਹੋਇਆ ਹੈ, ਫਿਰ ਵੀ ਕਿਤੇ ਨਾ ਕਿਤੇ ਚਿੰਤਾਵਾਂ ਕਮਾਉਣ ਦੀਆਂ ਹੀ ਲੱਗੀਆਂ ਰਹਿੰਦੀਆਂ ਹਨ। ਰਹਿ ਕੇਤਕ ਦਿਨ ਸੇਵਾ ਸਰ ਕੀ, ਕਰਹਿ ਪ੍ਰੇਮ ਧਰ ਸਰਦਾ ਉਰ ਕੀ। ਬੜੇ ਦਿਨ ਸਿੱਖ ਗੁਰੂ ਜੀ ਦੇ ਕੋਲ ਰਹਿਣਾ, ਬੜੇ ਪ੍ਰੇਮ ਤੇ ਸ਼ਰਧਾ ਧਾਰ ਕੇ ਸੇਵਾ ਕਰਦੇ ਸਨ। ਬਹੁਰੋ ਸਤਿਗੁਰ ਕੇ ਢਿਗ ਆਏ, ਜਾਂਚਹਿ ਬਿਦਾ ਸਦਨ ਕੋ ਜਾਏ। ਜਦੋਂ 6 ਮਹੀਨੇ ਸੇਵਾ ਕਰ ਲੈਂਦੇ ਸੀ ਫਿਰ ਗੁਰੂ ਜੀ ਦੇ ਕੋਲ ਆਉਂਦੇ ਸੀ, ਮਹਾਰਾਜ ਵੀ 6 ਮਹੀਨੇ ਹੋ ਗਏ ਨੇ, ਹੁਣ ਘਰ ਜਾਣਾ ਹੈ, ਹੁਣ ਸਾਨੂੰ ਖੁਸ਼ੀਆਂ ਦੀ ਦਾਤ ਬਖਸ਼ੋ। ਸ੍ਰੀ ਅਰਜਨ ਤਿਨ ਸੋ ਸਭ ਕਹੈ, ਹੇ ਸਿੱਖ ਤੁਮ ਨੰਦਨ ਕੈ ਅਹੈ। ਜਦੋਂ ਗੁਰੂ ਜੀ ਦੇ ਕੋਲ ਆਉਣਾ, ਗੁਰੂ ਜੀ ਨੇ ਪੁੱਛਣਾ, ਭਾਈ ਤੁਹਾਡੇ ਬੱਚੇ ਕਿੰਨੇ ਨੇ, ਤੁਹਾਡੇ ਕੋਲ ਕਿੰਨੇ ਪੁੱਤਰ ਨੇ, ਕਿੰਨੀਆਂ ਧੀਆਂ ਹਨ। ਕੈ ਭਰਾਤਾ ਮਿਲ ਬਣਜ ਕਰਮ ਤੇ, ਕਬ ਕੇ ਸਿੱਖੀ ਆਪ ਧਰਮ ਤੇ। ਇੱਕ ਸਵਾਲ ਹੋਰ ਮਹਾਰਾਜ ਪੁੱਛਦੇ ਵੀ ਤੁਸੀਂ ਕਿਹੜਾ ਵਪਾਰ ਕਰਦੇ ਹੋ ਤੇ ਤੁਸੀਂ ਕਦੋਂ ਦੀ ਸਿੱਖੀ ਧਾਰਨ ਕੀਤੀ ਹੋਈ ਹੈ। ਹਾਥ ਜੋਰ ਸੋ ਪਾਕ ਭਨੇ ਹੈ, ਪਿਤਾ ਪਿਤਾਮਾ ਸਿੱਖਿਆ ਬਨੇ ਹੈ। ਉਹ ਹੱਥ ਜੋੜ ਕੇ ਕਹਿੰਦੇ ਸੀ, ਮਹਾਰਾਜ ਸਾਡੇ ਪਿਤਾ ਪਿਤਾਮਾ ਦਾਦਾ ਪੜਦਾਦਾ ਉਦੋਂ ਤੋਂ ਹੀ ਅਸੀਂ ਸਿੱਖੀ ਵਿੱਚ ਸ਼ਾਮਲ ਹੋਏ ਹਾਂ। ਪੁੱਤਰ ਚਾਰ ਹੈ ਰਾਵਰ ਕਰਨਾ, ਬੈਠ ਦੁਕਾਨ ਬਣਜ ਕੋ ਕਰਨਾ। ਕਹਿੰਦੇ ਸਨ ਮਹਾਰਾਜ ਸਾਡੇ ਤੇ ਕੋਈ ਕਹਿੰਦਾ 4 ਪੁੱਤਰ ਨੇ, ਕੋਈ 3 ਪੁੱਤਰ ਨੇ, ਤੇ ਉਹ ਬੈਠ ਕੇ ਵਪਾਰ ਦਾ ਕੰਮ ਕਰਦੇ ਹਨ। ਸੁਣ ਸਤਿਗੁਰ ਤੇ ਸੋ ਫਰਮਾਏ, ਦੁਐ ਸੁਤ ਦੇਹੋ ਹਮਕੋ ਇਸ ਥਾਏ। ਫਿਰ ਮਹਾਰਾਜ ਕਹਿੰਦੇ ਐਵੇਂ ਕਰੋ, ਜੇ 4 ਨੇ ਫਿਰ 2 ਸਾਨੂੰ ਦੇ ਦਿਓ, ਤੁਹਾਡੇ 2 ਪੁੱਤਰ ਸਾਡੇ ਕੋਲ ਆ ਜਾਣਗੇ ਤੇ ਇੱਥੇ ਐਵੇਂ ਨਹੀਂ ਵਿਹਲੇ ਰਹਿਣਗੇ। ਤੇ ਗੁਰੂ ਜੀ ਨੇ ਨਗਰ ਵਸਾਇਆ ਸੀ ਆਪਣੇ ਆਪ, ਤੇ ਉੱਥੇ ਵਪਾਰੀ ਵਸਾਉਣੇ ਸੀ। ਮਹਾਰਾਜ ਕਹਿੰਦੇ 2 ਨੂੰ ਇੱਥੇ ਛੱਡ ਦਿਓ, ਇੱਥੇ ਕੋਈ ਦੁਕਾਨ ਕਰ ਲੈਣਗੇ, ਕੋਈ ਵਪਾਰ ਕਰ ਲੈਣਗੇ। ਗੁਰਪੁਰ ਮਹਿ ਬਸ ਕਰਹਿ ਦੁਕਾਨ, ਲਾਭਹਿ ਲਾਭ ਬਣਜ ਕੋ ਠਾਨ। ਕਹਿੰਦੇ ਮਹਾਰਾਜ ਜੀ ਕਹਿੰਦੇ ਸਨ ਇੱਥੇ ਰਹਿਣਗੇ, ਉਹਨਾਂ ਨੂੰ ਲਾਭ ਹੀ ਲਾਭ ਹੋਏਗਾ। ਇੱਥੇ ਉਹਨਾਂ ਦੀ ਦੁਕਾਨ ਖਿਲਾ ਦਿਓ, ਉਹਨਾਂ ਨੂੰ ਬੜਾ ਹੀ ਲਾਭ ਮਿਲੇਗਾ। ਬਾਪ ਮਾਨ ਸੋ ਆਨ ਵਸਾਵੇ, ਜਿਸ ਕੇ ਜੁਗ ਸੁਤ ਇਕ ਤਹਿ ਆਵੇ। ਗੁਰੂ ਜੀ ਦਾ ਬਚਨ ਮੰਨ ਕੇ ਆਪਣੇ ਪੁੱਤਰਾਂ ਨੂੰ ਉਹ ਲੈ ਆਉਂਦੇ ਸਨ, ਜਿਨ੍ਹਾਂ ਕੋਲ 4 ਨੇ 2 ਉੱਥੇ ਛੱਡ ਜਾਂਦੇ ਸਨ। ਗੱਲ ਬਚਨ ਮੰਨਣ ਦੀ ਹੈ। ਮੈਂ ਇੱਕ ਥਾਂ ਯੂਪੀ ਦੇ ਵਿੱਚ ਗਿਆ, ਉੱਥੇ ਇੱਕ ਬਾਬਾ ਜੀ ਦਾ ਸਥਾਨ ਬਣਿਆ ਸੀ। ਕਹਿੰਦੇ ਹਨ ਉਹ ਇੰਨੀ ਕਰਨੀ ਵਾਲੇ ਸਨ, ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦਾ, ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ, ਉਹਦਾ ਨਾਂ ਹੈ ਸ਼ਾਇਦ ਬਾਬਾ ਹੇਮ ਸਿੰਘ ਜੀ। ਕਹਿੰਦੇ ਹਨ ਆਪਣੇ ਜਿਹੜੇ ਉਹਨਾਂ ਦੇ ਉੱਥੇ ਬੰਦਗੀ ਕਰਦੇ ਹੁੰਦੇ ਸਨ, ਉਹ ਪਾਕਿਸਤਾਨ ਬਣਨ ਤੋਂ 5-7 ਸਾਲ ਪਹਿਲਾਂ ਹੀ ਉਹਨਾਂ ਕਹਿ ਦਿੱਤਾ ਸੀ, ਭਾਈ ਇੱਥੋਂ ਚੱਲੋ, ਇੱਥੇ ਹੁਣ ਖੂਨ ਖਰਾਬਾ ਹੋਣਾ ਹੈ। ਇੰਨੀ ਸੋਝੀ ਦੇ ਉਹ ਮਾਲਕ ਸਨ। ਤੇ ਜਿੰਨੇ ਉਹਨਾਂ ਦੇ ਪੈਰੋਕਾਰ ਸਨ, ਉਹਨਾਂ ਨੂੰ ਲੈ ਕੇ ਪਹਿਲਾਂ ਹੀ ਯੂਪੀ ਵਿੱਚ ਆ ਗਏ ਸਨ। ਇਹ ਉਹਨਾਂ ਦੀ ਗੱਲ ਹੈ ਜਿਹੜੇ ਬੰਦਗੀ ਕਰਦੇ ਨੇ, ਜਿਨ੍ਹਾਂ ਨੂੰ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ। ਠੀਕ ਹੈ, ਬੰਦਗੀ ਕਰਦੇ ਹਾਂ, ਅੱਜ ਕੀਤੀ ਹੈ, ਕੱਲ ਕੀਤੀ ਹੈ, ਲੰਮੀਆਂ ਮੰਜ਼ਲਾਂ ਨੇ ਇਹਦੀਆਂ, ਸੌਖੀਆਂ ਮੰਜ਼ਲਾਂ ਨਹੀਂ, ਲੰਮੀਆਂ ਨੇ। ਇਸ ਕਰਕੇ ਕਦੀ ਵਾਰੀ ਅਸੀਂ ਵੇਖਦੇ ਹਾਂ ਨਾ ਕਿਸੇ ਨੂੰ, ਤੂੰ ਸਿੱਖ ਹੈ, ਅਸੀਂ ਉਹਦੀ ਹਿਸਾਬ ਕਿੱਥੋਂ ਲਗਾਉਂਦੇ ਹਾਂ? ਉਹਦੀ ਕਿਰਪਾਨ ਤੋਂ, ਵੀ ਅੰਮ੍ਰਿਤਧਾਰੀ ਹੈ ਕਿਰਪਾਨ ਤੋਂ। ਨਹੀਂ, ਇਹ ਤੇ ਕੋਈ ਵੀ 15 ਮਿੰਟਾਂ 'ਚ ਪਾ ਕੇ ਆ ਜਾਏਗਾ ਉੱਥੋਂ। ਜੇ ਉੱਥੋਂ ਹਿਸਾਬ ਲਗਾਉਂਦੇ ਆ ਫਿਰ ਤੇ ਕੋਈ ਹਿਸਾਬ ਨਹੀਂ ਹੈ। ਸਾਹਿਬ ਜੀ ਹਿਸਾਬ ਲਗਾਉਂਦੇ ਨੇ ਵੀ ਤੂੰ ਕਿੱਥੋਂ ਸਿੱਖ ਹੈ? ਉਹਦੇ ਦਿਲ ਤੋਂ। ਇਹ ਬੋਲਦਾ ਕੀ ਹੈ, ਇਹਦੀ ਕਰਨੀ ਕੈਸੀ ਹੈ, ਇਹਦੀ ਵੇਖਣੀ ਕੈਸੀ ਹੈ।
ਇਹਦੀ ਬੋਲਣੀ ਕੈਸੀ ਹੈ, ਇਹਦਾ ਆਚਾਰ ਕੈਸਾ ਹੈ, ਇਹਦਾ ਵਿਹਾਰ ਕੈਸਾ ਹੈ, ਇੱਥੋਂ ਪਤਾ ਲੱਗੇਗਾ ਨਾ। ਜੇ ਇਹੀ ਐਸਟੀਮੇਟ ਹੈ ਸਿੱਖੀ ਦਾ, ਫਿਰ ਤੇ ਬੜਾ ਸੌਖਾ ਹੈ। ਇਹ ਐਸਟੀਮੇਟ ਨਹੀਂ ਹੈ। ਸਿੱਖੀ ਤੇ ਅੰਦਰ ਦੀ ਖੇਡ ਹੈ। ਇਹ ਤੇ ਸ਼ਬਦ ਤੇ ਸ਼ੁਰਤ ਦੀ ਗੱਲ ਹੈ। ਇਸ ਮਾਰਗ ਤੇ ਸੁਰਤ ਨੇ ਤੁਰਨਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਅੰਮ੍ਰਿਤ ਛਕਾਇਆ ਹੈ, ਉਹ ਅੰਮ੍ਰਿਤ ਦੀ ਵਡਿਆਈ ਇਹ ਹੈ। ਜਿਹਨੇ ਅੰਮ੍ਰਿਤ ਛਕਿਆ ਹੈ, ਭਾਵ ਉਹਦੇ ਅੰਦਰ ਅੰਮ੍ਰਿਤਮਈ ਬੋਲ ਆ ਜਾਂਦੇ ਨੇ, ਉਸ ਦੇ ਅੰਦਰ ਵਿਚਾਰ ਚੰਗੇ ਆਉਂਦੇ ਨੇ, ਵਿਚਾਰਸ਼ੀਲ ਹੋ ਜਾਂਦਾ ਹੈ। ਉਹਦਾ ਬੋਲਣਾ ਬੜਾ ਸੋਹਣਾ ਹੁੰਦਾ ਹੈ, ਵੇਖਣਾ ਬੜਾ ਸੋਹਣਾ ਹੁੰਦਾ ਹੈ। ਉਹ ਰੱਬ ਦੀ ਹੀ ਗੱਲ ਕਰਦਾ ਹੈ, ਨਿੰਦਾ ਤੇ ਚੁਗਲੀ ਤੋਂ ਉੱਤੇ ਉੱਠ ਜਾਂਦਾ ਹੈ। ਉਹਨੂੰ ਹੀ ਗੁਰੂ ਸਾਹਿਬ ਜੀ ਸਿੱਖ ਮੰਨਦੇ ਹਨ। ਇੱਕ ਦਿਸ ਆਪਣੋ ਸਤਨ ਚਿਨਾਏ, ਦਿਸ ਦੂਸਰ ਸਰ ਸੁਦਾ ਬਣਾਏ। ਇੱਕ ਬੰਨੇ ਆ ਕੇ ਆਪਣੇ ਪੁੱਤਰਾਂ ਨੂੰ ਲੈ ਆਉਂਦੇ ਸਨ, ਦੂਜੇ ਬੰਨੇ ਜਿਹੜੀ ਸਰੋਵਰ ਦੀ ਕਾਰ ਹੈ ਉਹ ਚੱਲ ਪਿਆ ਕਰਦੀ ਸੀ। ਦੋਨੋਂ ਬੀਚ ਬਾਜ਼ਾਰ ਪਵਾਇਓ, ਗਨ ਹਾਟਨ ਕੋ ਬਿਉਂਤ ਬਣਾਇਓ। ਗੁਰੂ ਜੀ ਨੇ ਅੰਮ੍ਰਿਤਸਰ ਦੇ ਨਾਲ ਹੀ ਬਾਜ਼ਾਰ ਬਣਾਇਆ। ਅੱਜ ਵੀ ਮਾਈ ਸੇਵਾ ਬਾਜ਼ਾਰ ਹੈ, ਬੜਾ ਪੁਰਾਣਾ। ਸਤਿਗੁਰੂ ਮਹਾਰਾਜ ਨੇ ਉਦੋਂ ਹੀ ਵਿਉਂਤਬੰਦੀ ਬਣਾਈ ਵੀ ਅਸੀਂ ਬਾਜ਼ਾਰ ਬਣਾਵਾਂਗੇ, ਇੱਕ ਸਾਈਡ 'ਚ ਸਰੋਵਰ ਬਣੇਗਾ, ਦੂਜੀ ਸਾਈਡ 'ਚ ਦੁਕਾਨਾਂ ਬਣ ਜਾਣਗੀਆਂ। ਦਿਲ ਪ੍ਰਤ ਗੁਰ ਕੀ ਖੁਸ਼ੀ ਪਿਲੋਕ, ਆਵੇ ਸਿੱਖ ਕਰਹਿ ਨਿਜ ਓਕ। ਗੁਰੂ ਸਾਹਿਬ ਜੀ ਦੀ ਖੁਸ਼ੀ ਵੇਖਦਿਆਂ ਬੜੇ ਸਿੱਖ ਆਉਂਦੇ ਸਨ ਤੇ ਆਪੋ ਆਪਣੇ ਘਰ ਵੀ ਅੰਮ੍ਰਿਤਸਰ ਸਾਹਿਬ ਹੀ ਬਣਾਉਣੇ ਸ਼ੁਰੂ ਕਰ ਦਿੰਦੇ ਸਨ। ਆਪਣ ਬੀਚ ਬਾਜ਼ਾਰ ਬਣਾਵੇ, ਬਸਨ ਹੇਤ ਨਿਜ ਸਦਨ ਚਿਨਾਵੇ। ਸੰਗਤਾਂ ਨੇ ਉੱਥੇ ਬਾਜ਼ਾਰ ਬਣਾ ਲਿਆ, ਦੁਕਾਨਾਂ ਬਣਾ ਲੀਆਂ, ਨਾਲ ਨਾਲ ਰਹਿਣ ਵਾਸਤੇ ਘਰ ਵੀ ਬਣਾ ਲਏ ਹਨ। ਨਰ ਤਨ ਪੁਰ ਮਹਿ ਹੋਵਣ ਲਾਗੇ, ਆਨ ਆਨ ਬਾਸਹਿ ਵੱਡ ਭਾਗੇ। ਜਿਨ੍ਹਾਂ ਦੇ ਵੱਡੇ ਭਾਗ ਸਨ, ਗੁਰੂ ਜੀ ਦੇ ਇੱਕੋ ਵਾਰੀ ਕਹਿਣ ਤੇ ਉੱਥੇ ਆ ਕੇ ਵਸ ਜਾਇਆ ਕਰਦੇ ਸਨ। ਕਰਨ ਲਗੇ ਵਿਵਹਾਰ ਵਡੇਰੇ, ਜਹ ਕਹਿ ਆਪਣੇ ਸਿੱਖ ਜੋ ਹੇਰੇ। ਸਿੱਖ ਵੱਡੇ ਵੱਡੇ ਕਾਰੋਬਾਰ ਕਰਨ ਲੱਗੇ ਹਨ, ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜੀ ਦੇ ਸਿੱਖ ਰਹਿੰਦੇ ਹਨ। ਤੈ ਤੇ ਆਪ ਬੁਲਾਵੇ ਨਾਥ, ਲਾਗੇ ਸੇਵ ਜੋ ਸਰਦਾ ਸਾਥ। ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਗੁਰੂ ਸਾਹਿਬ ਜੀ ਸੇਵਾ ਕਰਾ ਰਹੇ ਹਨ। ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਕਾਰ ਸੇਵਾ ਵਿੱਚ ਹਿੱਸਾ ਪਾਉਂਦੇ ਸਨ। ਕੀਰਤਕ ਸਿੱਖੇ ਆਪ ਤੇ ਆਏ, ਕਿਨਹੂ ਢਿਗ ਨਰ ਪਠੇ ਬੁਲਾਏ। ਕਈ ਆਪਣੇ ਆਪ ਹੀ ਆਈ ਜਾਂਦੇ ਨੇ, ਕਈਆਂ ਨੂੰ ਸਿੱਖ ਵੀ ਬੁਲਾ ਬੁਲਾ ਕੇ ਲੈ ਆਉਂਦੇ ਹਨ। ਪੂਰਨ ਹੋਤ ਜਾਚਨਾ ਜਿਉ ਜਿਉ, ਸੁਣ ਸੁਣ ਜਸ ਆਵੇ ਸਭ ਤਿਉ ਤਿਉ। ਜਦੋਂ ਮਨੁੱਖਾਂ ਦੀਆਂ ਮੂੰਹ ਮੱਖੀਆਂ ਮੰਗੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ, ਫਿਰ ਸਾਰੇ ਹੀ ਸੋਚਦੇ ਨੇ ਅਸੀਂ ਵੀ ਉੱਥੇ ਚੱਲੀਏ। ਕਿਉਂਕਿ ਸਾਧ ਸੰਗਤ ਜਦੋਂ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਬੰਦਗੀ ਦਾ ਉਪਦੇਸ਼ ਦਿੰਦੇ ਨੇ, ਜਿਵੇਂ ਜਿਵੇਂ ਮਨੁੱਖ ਬੰਦਗੀ ਕਰਦਾ ਹੈ ਉਹਦਾ ਲੋਕ ਵੀ ਸੁਧਰ ਜਾਂਦਾ ਹੈ, ਪਰਲੋਕ ਵੀ ਸੁਧਰ ਜਾਂਦਾ ਹੈ। ਉਸ ਦੇ ਅੰਦਰ ਜਿੰਨੇ ਵਹਿਮ ਨੇ, ਭਰਮ ਨੇ, ਇਹ ਖਤਮ ਹੋ ਜਾਂਦੇ ਨੇ। ਮਨੁੱਖ ਨੂੰ ਜਿਹੜਾ ਦੁੱਖ ਹੈ ਇਹ ਕੋਈ ਮਾਇਆ ਦਾ ਦੁੱਖ ਨਹੀਂ ਹੈ। ਆਪਾਂ ਸਵੇਰੇ ਵੀ ਇਹ ਬੇਨਤੀ ਕੀਤੀ ਹੈ। ਗੁਰਬਾਣੀ ਇਹ ਨਹੀਂ ਮੰਨਦੀ ਮਨੁੱਖ ਨੂੰ ਦੁੱਖ ਇਹ ਹੈ ਵੀ ਇਹਦੇ ਕੋਲ ਮਾਇਆ ਘੱਟ ਹੈ। ਨਹੀਂ, ਮਾਇਆ ਬੜੇ ਲੋਕਾਂ ਕੋਲ ਹੈ। ਐਸੀ ਐਸੀ ਦੁਨੀਆ ਪਈ ਹੈ, 5-5 ਸ਼ਹਿਰਾਂ ਨੂੰ ਖਰੀਦ ਸਕਦੀ ਹੈ। ਮਾਇਆ ਦੀ ਕਮੀ ਵਾਲੇ ਲੋਕ ਨਹੀਂ ਹੈਗੇ ਇੱਥੇ। ਪਰ ਜਿਨ੍ਹਾਂ ਕੋਲ ਇੱਦੀ ਵੀ ਹੈ, ਗੁਰੂ ਸਾਹਿਬ ਕਹਿੰਦੇ ਉਹ ਵੀ ਚਿੰਤਾ ਵਿੱਚ ਨੇ। ਕਿਉਂਕਿ ਮਾਇਆ ਦੇ ਆਉਣ ਦੇ ਨਾਲ ਚਿੰਤਾ ਖਤਮ ਨਹੀਂ ਹੁੰਦੀ, ਚਿੰਤਾ ਵੱਧ ਜਾਂਦੀ ਹੈ ਜੇ ਬੰਦਗੀ ਕੋਲ ਨਹੀਂ। ਜਦੋਂ ਤਾਈਂ ਪਰਮਾਤਮਾ ਦਾ ਵਿਸ਼ਵਾਸ ਨਹੀਂ ਹਿਰਦੇ ਵਿੱਚ ਆਉਂਦਾ, ਉਦੋਂ ਤਾਈਂ ਅੰਦਰੋਂ ਕਲੇਸ਼ ਨਹੀਂ ਖਤਮ ਹੋਏਗਾ। ਜਿਸ ਦਿਨ ਇਹ ਪਤਾ ਲੱਗ ਜਾਏਗਾ ਮੈਂ ਕਰਨ ਵਾਲਾ ਨਹੀਂ, ਮੇਰੇ ਤੋਂ ਕਰਾਇਆ ਜਾ ਰਿਹਾ ਹੈ, ਉਸ ਦਿਨ ਕਲੇਸ਼ ਸਾਰੇ ਖਤਮ ਹੋ ਜਾਣਗੇ। ਅੰਦਰ ਚਿੰਤਾਵਾਂ ਉਦੋਂ ਤਾਈਂ ਬਣੀਆਂ ਰਹਿਣਗੀਆਂ, ਕਿਉਂਕਿ ਜਿਵੇਂ ਜਿਵੇਂ ਮਨੁੱਖ ਕਮਾਉਂਦਾ ਹੈ ਨਾ, ਉਹਦੇ ਅੰਦਰ ਇੱਕ ਹਉਮੈ ਬਣਦੀ ਜਾਂਦੀ ਹੈ। ਹਉਮੈ ਕਿਸ ਚੀਜ਼ ਦੀ? ਮੈਂ ਕਰਤਾ ਹਾਂ, ਮੈਂ ਕਰ ਰਿਹਾ ਹਾਂ।
और मैं इन्ना कुछ बना दिता है। इनू कहते ने करता भाव। ये बड़ा दीर्घ रोग है। जदों तई ये रोग लग्या होया है, फिर जो कुछ इन्हें बनाया है फिर ये खत्म ना हो जाए, कोई इनू चुरा ना ले, ये चिंता बनी रहेगी, दिन रात बनी रहेगी। ईवन के सुत्तियां भी नींदर आनी बंद हो जाती है मनुख नूं। क्यों? हौमे जिहड़ी बड़ी गहरी हो जाती है। जिस मनुख नूं ये समझ लग गई, काहे रे मन चित वह उद्दम जा आ हर हर जीओ परिया, जिस नूं ये पता लग गया मैं करन वाला नहीं, परमात्मा वाहिगुरु वो उद्दम कराउंदा है ते मैं करदा हाँ। ਉਹਦੇ ਭਾਣੇ ਵਿੱਚ ਹੀ ਮੈਨੂੰ ਇਹ ਚੀਜ਼ਾਂ ਮਿਲੀਆਂ ਨੇ, ਭਾਣੇ ਵਿੱਚ ਜਾ ਵੀ ਸਕਦੀਆਂ ਨੇ, ਉਹਦੀ ਮਰਜ਼ੀ ਹੈ। ਕਈ ਵਾਰੀ ਮਨੁੱਖ ਬੜੀ ਉੱਚੀ ਸਟੇਜ ਤੇ ਪਹੁੰਚੇ ਹੁੰਦੇ ਨੇ ਮਾਇਆ ਵਿੱਚ, ਇੱਕੋ ਦਮ ਹੀ ਥੱਲੇ ਡਿੱਗ ਜਾਂਦੇ ਨੇ। ਇਹਨੂੰ ਕਹਿੰਦੇ ਨੇ ਪ੍ਰਾਲਬਧ ਦਾ ਘਟ ਹੋਣਾ, ਤੇ ਬੜਿਆਂ ਦੀ ਘਟ ਹੋ ਜਾਂਦੀ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈ। ਕਾਰਨ ਕੀ ਹੈ? ਬਾਣੀ ਕਹਿੰਦੀ ਚਿੰਤਾ ਤਾ ਕੀ ਕੀਜੀਐ ਜੋ ਅਨਹੋਣੀ ਹੋਏ। इत्ते अनहोना कुछ भी नहीं होना, जो होना है वो होके ही रहना है। होनी नूं मिटेन वाला कोई भी नहीं। जो कर्मां दे विच लिखिया गया है, जो प्रालब्ध बन गई है, जो बीज बीज बैठे हाँ वो वड्ढना पवेगा। बाणी ये कहती है जो बीज बैठे हाँ वो वड्ढना पवेगा। किहड़े रूप विच वड्ढना पवेगा ये किसी नूं नहीं पता। बीजिया होया माड़ा बीज, धरती दे विच एक मंडूसी का बीज बीज दवो, 20-25 उग जाते हैं उस पर। एक कणक का बीज बीजोगे 20 उगते हैं उत्ते। एक चंगा कर्म बीजते हैं 20 उग जाते हैं। एक माड़ा बीज दो 20 उगते हैं। बाणी तो कहती है आपे बीज आपे ही खाओ। आप ही बीजना है, आपे ही वढना। जित कीता पाईए अपना साकाल बुरी क्यों कर ली है। गुरु नानक साहब जी महाराज जदों अपना ही किता मिलना है फिर माड़ा करना ही क्यों है। पर इत्थे एक मनुख नूं होर दिक्कत आउंदी है। हरेक मनुख नूं इवें लगदा रहिंदा है मैं ते माड़ा करदा ही नहीं हाँ। ये भी एक हौमे ते हंकार है। हरेक मनुख ही माड़ा कर लैंदा है ते मन माड़ा ही कर रहा, तां ही ते उहनूं जन्म मिलिया नहीं, जन्म मिलना ही नहीं सी। ये जन्म तां ही मिलिया है, माड़ा कुछ कीता है। जिस दिन सारा कुछ चंगा हो जाएगा, जन्म ते मरण खत्म हो जाएगा उस दिन। इस करके सतगुरु जी महाराज को सिख आउंदे ने, आपो अपने घरां चों आउंदे ने, गुरु साहिब जी दे कोल आके जन्म ते मरण घटाउंदे ने। लोक दे सुख भी मिलते हैं, पर लोक दे भी मिलते हैं। क्योंकि साध संगत सुख है समझदा। मनुख नूं समझ किन्नी आ गई है दुनिया की, इत्थों पता लगेगा वो कितना सुखी है। जिमें जिमें रब दे दर दी समझ वधदी जाएगी, अंदर ज्ञान का प्रकाश हुंदा जाएगा, मनुख सुखी हुंदा जाएगा। रोज़ रोज़ शांति अंदर बनती रहेगी, नहीं तो मनुख अशांत ही जिंदगी विच रह जाता है। मालवे का एक नगर है फफड़ा, उत्थों का एक जट गोत का रहन वाला भाई बहलो भी गुरु जी के कोल आउंदा है। वो अपने हाथ दे विच एक खुंडी रखता है, ते जेड़े सखी सरवर ने उन्हां दा बड़ा वड्डा चेला है। भाई बहलो करदा की हुंदा सी, अपने हाथ में खुंडी रखता सी, ते बड़े लोगों नूं निगाहे वाला जिहड़ा पीर है उत्थे लैके जाया करता सी। सरवर को मुरीद नित रहै, सुल्तानी किसको सब कहे। वो सखी सरवरियां दा बड़ा वड्डा चेला सी। नाल दी नाल सारे लोग उसनूं मुल्तानी कहा करते सन। गुरु हुक्मनामा सो पठायो, गयो सिख ने सकल सुनायो। गुरु साहब जी ने एक हुक्मनामा लिख के दिता एक सिख नूं, कहंदे हन ये जिहड़ा हुक्मनामा तू भाई बहलो नूं जाके सुनाउणा है। गुरु हुक्म को सुन कर तदा, कहो ना मेल तिहु सो कदा।
ਬਹਿਲੋ ਕਹਿਣ ਲੱਗਾ ਜਿਹਦੀ ਤੂੰ ਮੈਨੂੰ ਗੱਲ ਸੁਣਾਈ ਹੈ, ਸਿੱਖ ਨੂੰ ਕਹਿਣ ਲੱਗਾ ਮੈਂ ਤੇ ਉਹਨਾਂ ਨੂੰ ਕਦੇ ਮਿਲਿਆ ਹੀ ਨਹੀਂ। ਗੁਰੂ ਅਰਜਨ ਸਾਹਿਬ ਜੀ ਨੂੰ ਕਦੇ ਮਿਲਿਆ ਨਹੀਂ ਸੀ। ਕਹਿੰਦਾ ਮੈਂ ਤੇ ਉਹਨਾਂ ਨੂੰ ਕਦੇ ਮਿਲਿਆ ਨਹੀਂ। ਕੌਣ ਹਨ ਉਹ? ਮੈਂ ਤੇ ਉਹਨਾਂ ਨੂੰ ਜਾਣਦਾ ਹੀ ਨਹੀਂ ਹਾਂ। ਹਮ ਕਬ ਮਿਲੇ ਨਹੀਂ ਕਬ ਗਏ, ਲਿਖਨ ਪੜਨ ਕੋ ਪ੍ਰਥਮ ਨਾ ਭਏ। ਮੈਂ ਤੇ ਕਦੀ ਉਹਨਾਂ ਕੋਲ ਗਿਆ ਨਹੀਂ, ਨਾ ਕਦੇ ਉਹਨਾਂ ਨੂੰ ਮਿਲਿਆ ਹਾਂ, ਨਾ ਕਦੇ ਉਹਨਾਂ ਬਾਰੇ ਪੜ੍ਹਿਆ ਹੈ, ਨਾ ਕਦੇ ਹੀ ਸੁਣਿਆ ਹੈ। ਦਿਨ ਸਮੀਪ ਕਿਮ ਜਾਵਨ ਬਨੇ, ਦੇਖੋ ਕਰ ਵਿਚਾਰ ਨਿਜ ਮਨੇ। ਸਿੱਖ ਨੂੰ ਕਹਿੰਦਾ ਹੈ ਮੈਂ ਉਹਨਾਂ ਕੋਲ ਕਿਵੇਂ ਜਾ ਸਕਦਾ ਹਾਂ? ਤੂੰ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਕੇ ਦੇਖ। ਭੇਖ ਪਿਰਾਈ ਕੋ ਤਨ ਕਰੋ, ਕੁੰਡੀ ਖਲਾਰ ਗਲ ਮਹਿ ਧਰੋ। ਕਹਿੰਦਾ ਹੈ ਮੈਂ ਤੇ ਆਪਣੇ ਤਨ ਤੇ ਢੋਲ ਪਾ ਕੇ ਢੋਲ ਵਜਾਉਂਦਾ ਹਾਂ, ਤੇ ਜਿਹੜੀ ਸਖਰ ਸਰਵੀਆਂ ਦੀ ਖੁੰਡੀ ਹੈ ਉਹਨੂੰ ਧਾਰਨ ਕਰਦਾ ਹਾਂ। ਇਸੀ ਦੇਸ ਕੇ ਨਰ ਧਨ ਸਾਰੇ, ਮੁਝ ਸਨਮਾਨ ਚਲੈ ਪਿਛਾਰੇ। ਕਹਿੰਦਾ ਹੈ ਜਿੰਨੇ ਵੀ ਸਾਡੇ ਪਿੰਡ ਦੇ ਲੋਕ ਨੇ, ਸਾਡੇ ਇਲਾਕੇ ਦੇ ਲੋਕ ਨੇ, ਉਹ ਸਾਰੇ ਹੀ ਮੇਰਾ ਬੜਾ ਸਨਮਾਨ ਕਰਦੇ ਹਨ। ਮੁਖ ਸਭਨ ਮਹਿ ਮੁਰ ਵਡਿਆਈ, ਰਹਿ ਸੈਂਕੜੇ ਨਰ ਚਹੁ ਭਾਈ। ਕਹਿੰਦਾ ਹੈ ਸੈਂਕੜੇ ਹੀ ਲੋਕ ਮੇਰੇ ਆਸੇ-ਪਾਸੇ ਰਹਿੰਦੇ ਨੇ, ਬੜੇ ਲੋਕਾਂ ਦੇ ਵਿੱਚ ਮੇਰੀ ਬੜੀ ਹੀ ਵਡਿਆਈ ਬਣੀ ਹੋਈ ਹੈ। ਮੈਂ ਆਕੇ ਥਿਤ ਹੋਏ ਸੁਲਤਾਨ, ਜਾਰਤ ਕੋ ਕਰਵਾਏ ਮਹਾਨ। ਭਾਵ ਭਾਈ ਬਹਿਲੋ ਉਹ ਸਿੱਖ ਨੂੰ ਸੁਣਾਉਣ ਲੱਗਾ ਮੈਂ ਕਿੱਡਾ ਵੱਡਾ ਹਾਂ, ਮੇਰੇ ਕਿੰਨੇ ਚੇਲੇ ਨੇ, ਕਿੰਨੇ ਲੋਕ ਮੈਨੂੰ ਮੰਨਦੇ ਨੇ, ਕਿੰਨਿਆਂ ਲੋਕਾਂ ਦਾ ਮੈਂ ਮੁਖੀ ਬਣਿਆ ਹੋਇਆ ਹਾਂ। ਇਸ ਪ੍ਰਕਾਰ ਮੇਰੀ ਅਬ ਬਾਤ, ਤੇ ਕਜ ਚਲਨ ਬਣੇ ਕਿਸ ਭਾਂਤ। ਇਸ ਕਰਕੇ ਇਹ ਮੇਰੀ ਵਡਿਆਈ ਹੈ। ਇੱਡੀ ਵਡਿਆਈ ਨੂੰ ਛੱਡ ਕੇ ਮੈਂ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਕਿਵੇਂ ਜਾ ਸਕਦਾ ਹਾਂ? ਬਿਨਾ ਲਾਭ ਦੇਖੇ ਕਿਸ ਖਾਨ, ਮੂਰਖ ਭੀ ਨਾ ਪਰਵਿਰਤ ਜਹਾਨ। ਕਿੱਡੀ ਵੱਡੀ ਗੱਲ ਕਹਿੰਦਾ ਹੈ। ਕਹਿੰਦੇ ਬਈ ਭਾਈ ਮਨੁੱਖ ਕਿਤੇ ਵੀ ਜਾਂਦਾ ਹੈ ਨਾ, ਪਹਿਲਾਂ ਲਾਭ ਵੇਖਦਾ ਵੀ ਉੱਥੇ ਲਾਭ ਕਿੰਨਾ ਮਿਲੇਗਾ। ਜਿਹੜੀ ਜਗ੍ਹਾ ਤੋਂ ਲਾਭ ਨਾ ਮਿਲੇ ਮਨੁੱਖ ਉੱਥੇ ਜਾਂਦਾ ਹੀ ਨਹੀਂ ਹੈ। ਤੇ ਮੈਂ ਤੇ ਲਾਭ ਵੇਖ ਰਿਹਾ, ਇੱਥੇ ਮੈਨੂੰ ਲੋਕੀ ਚੌਧਰੀ ਕਹਿੰਦੇ ਨੇ, ਦੁਨੀਆ ਮੇਰੇ ਨਾਲ ਰਹਿੰਦੀ ਹੈ, ਮੈਂ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਕਿਉਂ ਜਾਵਾਂਗਾ? ਉੱਥੇ ਮੈਨੂੰ ਕੋਈ ਲਾਭ ਨਹੀਂ ਮਿਲਣਾ ਹੈ। ਇਮ ਸੁਣ ਕੈ ਸਿੱਖ ਚਲਿਓ ਸੋ ਗਇਓ, ਗੁਰ ਸੋ ਸਰਬ ਜਨਾਵਤ ਭਇਓ। ਇਹ ਸੁਣ ਕੇ ਸਿੱਖ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਚਲਾ ਗਿਆ ਤੇ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਸਾਰੀ ਵਾਰਤਾ ਸੁਣਾ ਦਿੱਤੀ ਹੈ। ਸਤਿਗੁਰ ਘਰ ਕੋ ਨਾਹਿ ਮੇਲੀ, ਭੇਦ ਨ ਜਾਣੈ ਆਇਸ ਪੇਲੀ। ਸਿੱਖ ਕਹਿਣ ਲੱਗਾ ਮਹਾਰਾਜ ਉਹ ਤੇ ਤੁਹਾਨੂੰ ਜਾਣਦਾ ਹੀ ਨਹੀਂ ਜਿਹਨੂੰ ਤੁਸੀਂ ਬੁਲਾਇਆ ਹੈ, ਉਹ ਤੁਹਾਡੀ ਵਡਿਆਈ ਵੀ ਨਹੀਂ ਜਾਣਦਾ, ਤੁਸੀਂ ਕਿੱਥੇ ਰਹਿੰਦੇ ਹੋ ਇਹਦੇ ਬਾਰੇ ਵੀ ਉਹ ਨਹੀਂ ਜਾਣਦਾ ਹੈ। ਸੁਣ ਸਿੱਖ ਤੇ ਸਗਰੀ ਤਿਸ ਬਾਤ, ਸ੍ਰੀ ਅਰਜਨ ਬੋਲੇ ਮੁਸਕਾਤ। ਗੁਰੂ ਅਰਜਨ ਸਾਹਿਬ ਜੀ ਹੱਸਣ ਲੱਗ ਪਏ, ਮੁਸਕਰਾ ਪਏ ਤੇ ਮੁਸਕਰਾ ਕੇ ਕਹਿਣ ਲੱਗੇ ਹਨ, ਬਹੁਰ ਜਾਏ ਕਹੋ ਹੁਕਮ ਹਮਾਰਾ, ਸੁਧ ਨਾ ਰਹੀ ਤੁਮ ਹਿਰਦੇ ਬੁਝਾਰਾ। ਗੁਰੂ ਜੀ ਕਹਿੰਦੇ ਨੇ ਉਹਨੂੰ ਜਾ ਕੇ ਫਿਰ ਸਾਡਾ ਹੁਕਮ ਸੁਣਾਓ। ਕਹਿੰਦੇ ਤੇਰੇ ਹਿਰਦੇ ਦੇ ਉਹਨੂੰ ਜਾ ਕੇ ਕਹੋ ਵੀ ਤੈਨੂੰ ਸੋਝੀ ਨਹੀਂ ਰਹੀ, ਤੇਰੇ ਹਿਰਦੇ ਵਿੱਚ ਕੋਈ ਵੀ ਸੋਝੀ ਖਤਮ ਹੋ ਗਈ ਹੈ। ਜਾਂ ਤੇ ਜਾਤ ਤੁਰਕ ਕੀ ਰੋਰ, ਜਾਂ ਤੇ ਜਾਤ ਤੁਰਕ ਕੀ ਗੋਰ, ਮਾਨੇ ਬਿਨ ਬੁੱਧ ਤੇ ਕਰ ਜੋਰ। ਮਹਾਰਾਜ ਕਹਿੰਦੇ ਨੇ ਉਹਨੂੰ ਕੋਈ ਸਮਝ ਨਹੀਂ ਰਹੀ, ਉਹਨੂੰ ਜਾ ਕੇ ਕਹਿਣਾ ਤੂੰ ਬਿਨਾਂ ਦਿਮਾਗ ਲਾਈ ਮੜੀਆਂ ਮਸਾਣੀਆਂ ਤੇ ਚੱਲ ਪਿਆ ਹੈ, ਮੜੀਆਂ ਮਸਾਣੀਆਂ ਤੇ ਕਿਉਂ ਮੱਥਾ ਟੇਕਦਾ ਹੈ? ਭੇਡ ਚਾਰ ਨਰ ਮੰਦਨ ਕੇਰੀ, ਹੋਤ ਪਰਵਿਰਤ ਅਪਰ ਕੋ ਹੇਰੀ। ਕਹਿੰਦੇ ਹਨ ਮਹਾਰਾਜ ਕਹਿੰਦੇ ਉਹਨੂੰ ਕਹਿਣਾ ਜਦੋਂ ਭੇਡ ਚਾਲ ਚੱਲਦੀ ਹੁੰਦੀ ਹੈ ਨਾ, ਮਾੜੀ ਬੁੱਧੀ ਵਾਲਿਆਂ ਦੇ ਪਿੱਛੇ ਚੰਗੇ ਵੀ ਲੱਗ ਜਾਂਦੇ ਹੁੰਦੇ ਨੇ। ਔਰ ਦੁਨੀਆ ਦੇ ਵਿੱਚ ਇਹ ਭੇਡ ਚਾਲ ਹੀ ਬਣੀ ਹੋਈ ਹੈ। ਭੇਡ ਕਦੇ ਚਾਲ ਵੇਖਣਾ, ਇੱਕ ਜੇ ਖੂਹ ਵਿੱਚ ਡਿੱਗ ਜਾਏਗੀ ਸਾਰੀਆਂ ਪਿੱਛੇ ਛਾਲ ਮਾਰ ਦੇਣੀ।
ਮੈਂ ਕਈ ਵਾਰੀ ਕਹਿਣਾ ਹਾਂ, ਕਈ ਵਾਰੀ ਪੀਰਾਂ ਫਕੀਰਾਂ ਦੀਆਂ ਮੜੀਆਂ ਹਨ, ਉਹਨਾਂ ਦਾ ਕਿਸੇ ਨੂੰ ਇਤਿਹਾਸ ਵੀ ਨਹੀਂ ਪਤਾ ਉਹ ਕੀ ਨੇ। ਬਾਣੀ ਕਹਿੰਦੀ ਹੈ ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੂ ਕਿਆ ਦੇਹ। ਕਹਿੰਦੇ ਭਾਈ ਉਹ ਤੈਨੂੰ ਕੀ ਦੇ ਸਕਦੇ ਨੇ, ਏਡੇ ਵੱਡੇ ਰੱਬ ਨੂੰ ਤੂੰ ਛੱਡ ਕੇ ਕਿਹਨਾਂ ਦੇ ਮਗਰ ਤੁਰਿਆ ਫਿਰਦਾ ਹੈ। ਬਾਣੀ ਕਹਿੰਦੀ ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੈ ਵਸ ਹੈ